ਤੋਂ ਪਹਿਲਾਂ ਸ਼ਹਿਨशाह ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਕਮੀਆਂ ਜੀ ਨੂੰ ਕੋਟ ਨਮਸਕਾਰ ਔਰ ਸ਼ਹਿਨशाही ਸੰਮਤ ਦੇ ਮਾਲਕ ਨੂੰ ਸ਼ਹਿਨशाह ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ ਕੋਟ ਵਧਾਈਆਂ नवे साल दियाँ और शहनशाही संमत 58 दी सराहना करना किसी बादशाह जी मेर पर हाथ रखना किसी बादशाह दर्श करना बख्शना सर्वहर संगतियों देख लंकी नारायण महाराज शेर सिंह विष्णु भगवान अवतार चौबीसे जी का बख्शिया होया जयकारा बुलाइए एक दूजे सोहन महाराज शेर सिंह विष्णु भगवान की जय। हर संत जीओ शहनशाही सम्मत 58 है चढ़ गया है और चेत महीना फिर अपना रूप नवा बदल के नवे साल का वापस आ गया। कोटन कोट युग बीत गया। कोटन कोट 994 युग चौंकड़ियां बीत गई। कोटन कोट गुरु पीर अवतार पैगंबर साहिबान होवे और चेत महीना आद तो पुराना है सदा रहने वाला है और इसने मात लोक के उपर सब नूं देखिया। भी 2021 विक्रमी जद खत्म हुई और 2022 विक्रमी ने चढ़ना सी। चेत की पहली जिहड़ा शहनशाही सम्मत लागू किया गया। ग्रंथ नंबर 18 इसकी लिखत है। हर संत जीओ सोहन महाराज शेर सिंह विष्णु भगवान जी दे जयकारे के उपर ये शुरू किया गया। किसी के नवेत नहीं जिस तरह दूजे लिखतां दे विच है कि इस सिख के नवेत इस घर दे विच। सो जब ये शहनशाही सम्मत का विहार होया जब शहनशाही सम्मत नूं लागू किया कलयुग नूं खत्म करके सतयुग लाया। ये सच्चे पातशाह महाराज शेर सिंह विष्णु भगवान जी ने सोहन महाराज शेर सिंह विष्णु भगवान की जय का जो जयकारा है नाम है चंगी अवतार का अपने नाम के उपरों ही ये शुरू किया। सो नाम नूं वडियाई दिती क्योंकि हर का नाम जिहड़ा अपर अपार आ इहदी महिमा अपर अपार आ। जे कोई कहे कि हर के नाम का कोई अंत पा लवे हर के नाम की जिहड़ी महिमा है ਉਹਦਾ कोई अंत पा लवे तो अंत कोई है नहीं। इतनी वड्डी महिमा है हरि दे नाम की। नाम की वड्डी वडियाई है इसे करके अपने नाम के उपरों शुरू किया शहनशाही। सो हर संगत जीओ भारत वर्ष दे विच विक्रमी सन मन्निया जाता है। विक्रमी सन नूं महानता है और भारत वर्ष के ईसवी सन नूं भी महानता है हिजरी सन नूं भी महानता है। विक्रमी सन बारे अगर थोड़ा आप जानिए और राजा विक्रमादित्य दा जदों राज तिलक होया उस समय उन्हें अपने नाम के उपर विक्रमी सन जिहड़ा सी वो चालू किया और वो पहला वरा सी विक्रमी सन का। सो 2000 लगभग 2078 विक्रमी चल रहा है इस समय।
ਸੋ ਚੜ੍ਹ ਗਿਆ ਹੈ 78ਵਾਂ। 77 ਬੀਤ ਗਏ ਔਰ 78ਵਾਂ ਜਿਹੜਾ ਹੈ ਹੁਣ ਚਾਲੂ ਹੋ ਗਿਆ। 2078 ਬਿਕਰਮੀ ਚੱਲ ਰਹੀ ਹੈ। ਸੋ ਹਜ਼ਰਤ ਈਸਾ ਜੀ ਦਾ ਜੋ ਲਿਖਿਆ ਹੈ ਇਤਿਹਾਸ ਦੇ ਵਿੱਚ ਕਿ ਹਜ਼ਰਤ ਈਸਾ ਜੀ ਦਾ ਜਿਸ ਦਿਨ ਜਨਮ ਹੋਇਆ ਉਸ ਦਿਨ ਤੋਂ ਈਸਵੀ ਸਨ ਨੂੰ ਗਿਣਿਆ ਜਾਂਦਾ। ਜੋ ਰੋਮਨ ਹਨ ਉਹ ਈਸਵੀ ਸਨ ਨੂੰ ਉਸ ਦਿਨ ਤੋਂ ਮੰਨ ਕੇ ਚੱਲਦੇ ਹਨ। ਸੋ ਹਿਜਰੀ ਸਨ ਦਾ ਵੇਰਵਾ ਹੈ ਗ੍ਰੰਥ ਦੇ ਵਿੱਚ 18 ਨੰਬਰ ਦੇ ਵਿੱਚ। ਇਸੇ ਕਰਕੇ ਹੀ ਆਪਾਂ ਬਚਨ ਸਾਂਝੇ ਕਰ ਰਹੇ ਹਾਂ ਇਸ ਪ੍ਰਕਾਰੇ। ਹਿਜਰੀ ਸਨ ਨੂੰ ਉਸ ਤੋਂ ਗਿਣਿਆ ਗਿਆ ਪਹਿਲਾ ਸਾਲ ਜਿਹੜਾ ਗਿਣਿਆ ਗਿਆ ਹਿਜਰੀ ਸਨ ਦਾ, ਜਿਸ ਸਮੇਂ ਹਜ਼ਰਤ ਮੁਹੰਮਦ ਸਾਹਿਬ ਮੱਕੇ ਨੂੰ ਛੱਡ ਕੇ ਹਿਜਰਤ ਕੀਤੀ। ਹਿਜਰਤ ਦਾ ਮਤਲਬ ਹੁੰਦਾ ਛੱਡ ਦੇਣਾ, ਛੱਡ ਜਾਣਾ। ਜਿਸ ਸਮੇਂ ਮੱਕੇ ਨੂੰ ਛੱਡ ਕੇ ਮਦੀਨੇ ਗਏ ਔਰ ਉਸ ਸਮੇਂ ਜਿਹੜਾ ਸੀ ਪਹਿਲਾ ਹਿਜਰੀ ਸਨ ਸ਼ੁਰੂ ਹੋਇਆ। ਸੋ ਜਦ ਇਸਲਾਮ ਦੇ ਬਾਰੇ ਪ੍ਰਚਾਰ ਕੀਤਾ ਔਰ ਜਿਹੜੇ ਉਸ ਸਮੇਂ ਦੇ ਪੁਜਾਰੀ ਸੀ ਉਸ ਸਮੇਂ ਦੇ ਜਿਹੜੇ ਵੱਖੋ ਵੱਖਰੇ ਰੱਬ ਬਣਾ ਕੇ ਬੈਠੇ ਸੀ ਔਰ ਮੰਦਰਾਂ ਨੂੰ ਮੱਲ ਕੇ ਬੈਠੇ ਸੀ, ਵਿਰੋਧਤਾ ਹੋਈ ਔਰ ਹਜ਼ਰਤ ਮੁਹੰਮਦ ਸਾਹਿਬ ਨੂੰ ਫਿਰ ਮੱਕਾ ਛੱਡਣਾ ਪਿਆ। ਸੋ ਹੁਕਮ ਦੇ ਖੁਦਾ ਦਾ ਸੀ, ਅੱਲਾਹ ਤਾਲਾ ਦਾ ਹੁਕਮ ਸੀ, ਹੁਕਮ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ। ਸੋ ਸਨ ਹਿਜਰੀ, ਸਨ ਈਸਵੀ, ਬਿਕਰਮੀ ਔਰ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਦੇ ਜੋ ਵੀ ਅਹਿਦ ਸੀ, ਵਾਅਦੇ ਸੀ, ਉਹ ਸਾਰੇ 2021 ਬਿਕਰਮੀ ਦੇ ਵਿੱਚ ਆ ਕੇ ਪੁੱਜਦੇ ਸਨ। ਸੋ ਇਸੇ ਕਰਕੇ ਹੀ 2021 ਬੀਤਿਆ ਔਰ ਸਾਰਿਆਂ ਦੇ ਜੋ ਵਾਅਦੇ ਸੀ, ਜੋ ਸਾਰਿਆਂ ਨਾਲ ਕੌਲ ਕਰਾਰ ਸੀ, ਉਹ ਪੂਰੇ ਹੋਏ। ਖਤਮ ਕਰ ਦਿੱਤਾ ਪਿਛਲਿਆਂ ਸਾਰਿਆਂ ਨੂੰ 2021 ਦੇ ਵਿੱਚ। ਔਰ ਫਿਰ 22 ਚੜ੍ਹਨਾ ਸੀ ਔਰ ਸ਼ਹਿਨਸ਼ਾਹੀ ਸੰਮਤ ਚੜਿਆ ਪਹਿਲੀ ਚੇਤ ਨੂੰ। 2022 ਦਾ ਜਿਹੜਾ ਪਹਿਲਾ ਦਿਨ ਸੀ ਔਰ ਉਹ ਪਹਿਲੀ ਚੇਤ ਦਾ ਦਿਹਾੜਾ ਸੀ। ਚੇਤਰ ਦੀ ਪਹਿਲੀ ਨੂੰ ਜਿਹੜਾ ਸ਼ਹਿਨਸ਼ਾਹੀ ਸੰਮਤ ਲਾਗੂ ਕੀਤਾ ਗਿਆ ਲਿਖਤੀ। ਹਰ ਸੰਤ ਜੀਓ ਕੋਈ ਸ਼ੱਕ ਨਹੀਂ ਗ੍ਰੰਥਾਂ ਦੇ ਵਿੱਚ ਕਿ ਜਦ ਨੇਕ ਲੰਕ ਨਰੈਣਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਚੌਵੀਸੇ ਜੀ ਨੇ ਕਣਕਪੁਰੀ ਦੀ ਧਰਤੀ ਦੇ ਉੱਪਰ ਜਾਮਾ ਧਾਰਨ ਕੀਤਾ, ਸੱਚੇ ਪਾਤਸ਼ਾਹ ਜੀ ਕਿਹਾ ਕਿ ਮੈਂ ਸੱਚ ਦਾ ਮਾਲਕ, ਸਤਵਾਦੀ ਸੱਚ ਦਾ ਮਾਲਕ ਆ ਗਿਆ। ਜਦੋਂ ਮੈਂ ਅਵਤਾਰ ਧਾਰਨ ਕੀਤਾ ਉਦੋਂ ਹੀ ਮੈਂ ਸਤਜੁਗ ਲਾ ਦਿੱਤਾ, ਕਿਉਂਕਿ ਸੱਚ ਦਾ ਮਾਲਕ ਮੈਂ ਆ ਗਿਆ। ਜਿਸ ਸਮੇਂ ਅਵਤਾਰ ਧਾਰਨ ਕੀਤਾ ਇਸ ਕਲਯੁਗ ਦੇ ਕੂੜ ਹਨੇਰੇ ਦੇ ਵਿੱਚ, ਕੂੜ ਕੜਿਆਲ ਦੇ ਵਿੱਚ, ਔਰ ਉਸੇ ਸਮੇਂ ਹੀ ਸਤਜੁਗ ਸੱਚੇ ਪਾਤਸ਼ਾਹ ਮੈਂ ਇਹਦੇ ਕੇ ਲਾ ਦਿੱਤਾ। ਕਿਉਂਕਿ ਮੈਂ ਕਣਕਪੁਰੀ ਦੇ ਵਿੱਚ ਜਦ ਜਾਮਾ ਧਾਰਨ ਕੀਤਾ ਸੱਚ ਉਦੋਂ ਹੀ ਚਾਲੂ ਹੋਇਆ। ਲੇਕਿਨ ਲਿਖਤੀ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਲਿਖਤੀ ਲਾਗੂ ਹੋਣਾ ਔਰ ਲਿਖਤੀ ਜਿਹੜਾ ਉਸ ਨੂੰ ਮਹਾਨਤਾ ਦੇਣੀ, ਸੱਚੇ ਪਾਤਸ਼ਾਹ ਜੀ ਨੇ ਜੋ ਸਰੂਪ ਹੋ ਕੇ ਦਿੱਤੀ ਹੈ। ਇਸ ਸਮੇਂ ਨੇਕ ਕਲੰਕ ਅਵਤਾਰ ਪਰਿਪੂਰਨ ਪ੍ਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੂੰ 21 ਸਾਲ ਹੋ ਗਏ ਹੀ ਜੋਤੀ ਜਾਮਾ ਧਾਰਨ ਕਰਕੇ ਖੇਲ ਕਰਦਿਆਂ ਨੂੰ ਮਹਾਰਾਜ ਪੂਰਨ ਸਿੰਘ ਜੀ ਦੇ ਦੇਹ ਦੇ ਰਹੇ। ਸੋ ਜੋ ਸਰੂਪੇ ਕਾਰ ਕੀਤੀ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ। ਕਿਉਂਕਿ ਗ੍ਰੰਥ ਦੇ ਵਿੱਚ ਵੀ ਹੈ ਸ਼ਹਿਨਸ਼ਾਹੀ ਸੰਮਤ ਦੀ ਜਦ ਵਾਰਤਾਲਾਪ ਹੋਈ, ਕਲਯੁਗ ਦੀ ਚੱਲੀ, ਸਤਯੁਗ ਦੀ ਚੱਲੀ, ਔਰ ਉਹਦੇ ਵਿੱਚ ਵੀ ਹੈ ਕਿ ਨਿਰਗੁਣ ਜੋ ਸਰੂਪ ਹੋ ਕੇ ਆਇਆ ਫੇਰ ਦੁਬਾਰਾ। ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ। 52 ਸਾਲ ਮਾਤ ਲੋਕ ਦੇ ਉੱਪਰ ਦੇਹ ਹਟਾ ਕੇ ਫਿਰ ਚੋਲਾ ਛੱਡ ਕੇ ਜੋਤੀ ਜਾਤਾ ਰੂਪ ਧਾਰਨ ਕਰ ਲਿਆ। ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਕੇ ਔਰ ਮਹਾਰਾਜ ਪੂਰਨ ਸਿੰਘ ਜੀ ਦੇ ਪਵਿੱਤਰ ਸਰੀਰ ਦੇ ਰਾਹੀਂ ਪ੍ਰਗਟ ਹੋ ਕੇ ਪ੍ਰਵੇਸ਼ ਹੋ ਕੇ ਹਰ ਸੰਗਤ ਜੀਓ ਫਿਰ ਸਤ ਧਰਮ ਦੀ ਮਰਿਆਦਾ ਨੂੰ ਜਿਹੜਾ ਪ੍ਰਸਿੱਧ ਕੀਤਾ ਜੋਤੀ ਜਾਤਾ ਰੂਪ ਧਾਰਨ ਕਰਕੇ। ਸੋ ਸ਼ਹਿਨਸ਼ਾਹ ਆਇਆ, ਉਸਨੇ ਆਪਣਾ ਸ਼ਹਿਨਸ਼ਾਹੀ ਸੰਮਤ ਲਾਗੂ ਕੀਤਾ। ਹਜ਼ਰਤ ਈਸਾ ਜੀ ਦਾ ਵੀ ਆਪਾਂ ਜਾਣ ਲਿਆ ਔਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਵੀ, ਔਰ ਰਾਜਾ ਜੋ ਵਿਕਰਮਾਦਿੱਤ ਸੀ ਉਸ ਦੇ ਪਰਖਾਏ ਵੀ, ਔਰ ਸਾਹਿਬਾਂ ਨੇ ਖਤਮ ਕਰਕੇ ਹੁਣ ਸ਼ਹਿਨਸ਼ਾਹੀ ਸੰਮਤ ਲਾਗੂ ਕੀਤਾ। ਔਰ ਸ਼ਹਿਨਸ਼ਾਹੀ ਸੰਮਤ 58 ਜਿਹੜਾ ਹੈ ਚੜ ਗਿਆ ਹੈ। ਚੇਤਰ ਦੀ ਸੰਗਰਾਂਦ ਹੈ
ਸਤਜੁਗ ਨੂੰ ਲੱਗੇ ਨੂੰ 58ਵਾਂ ਸਾਲ ਚੜ ਗਿਆ ਹੈ। ਕਲਯੁਗ ਨੂੰ ਲਿਖਤੀ ਖਤਮ ਕਰਕੇ ਸਤਜੁਗ ਜਨ ਭਗਤਾਂ ਵਾਸਤੇ ਲੱਗ ਚੁੱਕਾ ਹੈ। ਸੋ ਕੁਝ ਸਿੱਖ ਵਿਚਾਰ ਰੱਖਦੇ ਹਨ ਜੋ ਕੌਮੀ ਸਿੱਖ ਹਨ ਕਿ ਅਗਰ ਨੇਕ ਕਲੰਕ ਅਵਤਾਰ ਪਰਿਪੂਰਨ ਪਰਮਾਤਮਾ ਦਾ ਆਪ ਜੀ ਦਾਅਵਾ ਕਰਦੇ ਹੋ ਤੇ ਉਸਨੇ ਫਿਰ ਆ ਕੇ ਦੁੱਖ ਕਲੇਸ਼ ਜਿਹੜੇ ਹਨ ਮਾਤ ਲੋਕਾਂ ਦੇ ਉੱਪਰ ਜਿਹੜਾ ਝੂਠ ਨੂੰ ਖਤਮ ਕਿਉਂ ਨਹੀਂ ਕੀਤਾ, ਸਾਰਿਆਂ ਦੇ ਦੁੱਖ ਤਕਲੀਫ ਕਿਉਂ ਨਹੀਂ ਮਿਟੇ। ਭਗਤਾਂ ਨੂੰ ਸੋਝੀ ਦਿੱਤੀ, ਭਗਤਾਂ ਦੇ ਪੂਰਬਲੇ ਲੇਖ ਵੇਖ ਕੇ ਇਤਫਾਕੀਆ ਮੇਲ ਨਹੀਂ ਹੋਇਆ, ਇਹ ਪੂਰਬਲੇ ਲੇਖੇ ਵੇਖੇ ਗਏ, ਵੇਖ ਕੇ ਸਾਰੇ ਭਗਤਾਂ ਨੂੰ ਚੁਣਿਆ ਗਿਆ ਜਿਨ੍ਹਾਂ ਨੇ ਹੁਕਮ ਮੰਨਿਆ। ਕਿਉਂਕਿ ਨੇਕ ਕਲੰਕ ਅਵਤਾਰ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਸਾਨੂੰ ਦੱਸਿਆ ਹੈ ਕਿ ਜਿਨ੍ਹਾਂ ਮੇਰਾ ਹੁਕਮ ਮੰਨਿਆ ਉਹਨਾਂ ਨੇ ਹੀ ਸਰਬ ਸੁਖ ਪ੍ਰਾਪਤ ਕੀਤਾ। ਔਰ ਜੋ ਮੰਨ ਹੀ ਨਹੀਂ ਰਿਹਾ, ਜੋ ਨੇਕ ਕਲੰਕ ਅਵਤਾਰ ਦੀ ਹੋਂਦ ਨੂੰ ਮੰਨ ਨਹੀਂ ਰਿਹਾ, ਇਸ ਤੋਂ ਵੱਧ ਤਕਲੀਫ ਤੰਗੀਆਂ ਤੇ ਕਸ਼ਟ ਆਉਣੇ ਹਨ ਸ੍ਰਿਸ਼ਟੀ ਦੇ ਉੱਪਰ, ਹੋਰ ਵਧਣੇ ਹਨ ਨਾ ਕਿ ਘਟਣੇ ਹਨ। ਖੁਆਰੀ ਹੋਣੀ ਹੈ, ਜੋ ਨਹੀਂ ਮੰਨਣ ਵਾਲਾ ਹੋਰ ਖੁਆਰੀ ਹੋਣੀ, ਕੇਵਲ ਭਗਤਾਂ ਤੇ ਦਇਆ ਹੋਈ ਹੈ ਔਰ ਭਗਤਾਂ ਤੇ ਜਿਹੜਾ ਹੈ ਅਪਾਰ ਕਿਰਪਾ ਹੋਈ ਹੈ। ਸੋ ਨੇਕ ਕਲੰਕ ਅਵਤਾਰ ਨੇ ਆ ਕੇ ਕਲਯੁਗ ਖਤਮ ਕਰਤੀ, ਕਿਉਂਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਗ੍ਰੰਥ ਦੇ ਵਿੱਚ ਦੱਸਿਆ ਹੈ ਕਿ ਮੈਂ ਜੁਗੋ ਜੁਗ ਅਵਤਾਰ ਧਾਰਨ ਕਰਦਾ, ਜੁਗੋ ਜੁਗ ਖੇਲਾਂ ਖੇਲਦਾ ਹਾਂ ਔਰ ਜੁਗੋ ਜੁਗ ਪ੍ਰਗਟ ਹੋਣਾ ਹਾਂ ਭਗਤਾਂ ਦੀ ਪੈਜ ਰੱਖਣ ਵਾਸਤੇ। ਕਲਯੁਗ ਨੂੰ ਖਤਮ ਕੀਤਾ ਨੇਕ ਕਲੰਕ ਅਵਤਾਰ ਨੇ, ਸਮਰੱਥ ਨੇ ਆ ਕੇ ਕਲਯੁਗ ਖਤਮ ਕਰਕੇ ਸਤਯੁਗ ਨੂੰ ਜਿਹੜਾ ਪ੍ਰਚਲਿਤ ਕੀਤਾ। ਔਰ ਜਦ ਸ਼ਹਿਨਸ਼ਾਹੀ ਸੰਮਤ ਜਿਹੜਾ ਚੜਿਆ ਉਸ ਸਮੇਂ ਫਿਰ ਜਿਹੜਾ ਸੀ ਉਹ ਧਾਰਾ ਬਦਲੀ ਗਈ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਸ਼ਬਦ ਫੋਟੋ ਦੇ ਵਿੱਚ ਕਿ ਪਹਿਲਾਂ ਹੀ ਜਿਹੜਾ ਸੀ ਉਹ ਚੇਤਨ ਰੂਪ ਕਰ ਦਿੱਤਾ ਹਰ ਸੰਗਤ ਨੂੰ। ਪਹਿਲੀ ਚੇਤ ਨੂੰ ਜਦ 2012 ਬਿਕਰਮੀ ਨੂੰ ਸ਼ਬਦ ਹਰ ਸੰਗਤ ਦੇ ਨਿਵੇਦ ਉਚਾਰਿਆ ਔਰ ਸਰਬ ਸੰਗਤ ਨੂੰ ਇੱਕ ਇੱਕ ਸ਼ਬਦ ਭੇਜਿਆ ਔਰ ਚੇਤਨ ਰੂਪ ਕੀਤਾ ਗਿਆ ਕਿ 17 ਹਾੜ ਨੂੰ 84 ਹਰ ਸੰਗਤ ਦੀ ਗੁਰ ਸੰਗਤ ਦੀ 84 ਕੱਟ ਕੇ ਹਰ ਸੰਗਤ ਦਾ ਦਰਜਾ ਦੇਣਾ ਹੈ। ਬੰਦ ਕੁਵਾੜੀ ਖੋਲਣੀ ਹੈ, ਚੌਥੇ ਘਰ ਦੇ ਵਿੱਚ ਇੱਕ ਆਗਮ ਕਰਕੇ ਇੱਕ ਪਰਮਾਤਮਾ ਜੋਤ ਸ਼ੁਰੂ ਕਰਕੇ ਤੁਹਾਡਾ ਮੇਲਾ ਮੈਂ ਕਰਨਾ ਹੈ। ਫਿਰ 17 ਹਾੜ ਦਾ ਜਿਹੜਾ ਪਹਿਲੀ ਚੇਤ ਨੂੰ ਤਿਆਰੀ ਕੀਤੀ ਔਰ 17 ਹਾੜ ਨੂੰ ਹਰ ਸੰਗਤ ਜੀਓ ਗੁਰ ਸੰਗਤ ਦੀ 84 ਕੱਟੀ, ਨਿਰਵਗਨ ਲੰਗਰ ਚਲਾਇਆ ਗਿਆ, ਜਾਤ ਪਾਤ ਦਾ ਵੇਰਵਾ ਖਤਮ ਕੀਤਾ ਗਿਆ। ਸੱਤ ਰੰਗ ਦਾ ਨਿਸ਼ਾਨ ਜੋ ਹੈ ਅਗੰਮੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਕ ਕਲੰਕ ਅਵਤਾਰ 24 ਦਾ ਜੋ ਇਹ ਨਿਸ਼ਾਨਾ ਹੈ ਸੱਤ ਰੰਗ ਦਾ, ਇਸ ਨੂੰ ਫਿਰ ਕਾਕਾ ਜਗਦੀਸ਼ ਦੀ ਜਿਹੜਾ ਸੰਸਕਾਰ ਵਾਲੀ ਜਗ੍ਹਾ ਸੀ ਉੱਥੇ ਚਲਾਇਆ ਗਿਆ। ਸੋ ਹਰ ਸੰਗਤ ਜੀ ਉਹ ਪਹਿਲਾਂ ਹੀ ਜਿਹੜਾ ਸੀ ਪਹਿਲੀ ਚੇਤ ਨੂੰ ਸ਼ਬਦ ਹਰ ਸੰਗਤ ਦੇ ਨਿਵੇਦ ਭੇਜ ਕੇ ਚੇਤਨ ਰੂਪ ਕੀਤਾ ਗਿਆ ਕਿ ਗੁਰ ਸੰਗਤ ਦੀ 84 ਕੱਟ ਕੇ ਹਰ ਸੰਗਤ ਦਾ ਦਰਜਾ ਦੇ ਕੇ ਔਰ ਭਗਤ ਭਗਵਾਨ ਦੀ ਮਿਲਣੀ ਦਾ ਜਿਹੜਾ ਹੈ ਉਹ ਸੰਗਤ ਸਿੱਖੀ ਦੀ ਜਿਹੜੀ ਉਹ ਦਿੱਤੀ ਗਈ। ਇਸ ਤਰ੍ਹਾਂ ਹੀ ਪਹਿਲੀ ਚੇਤ ਨੂੰ ਜਦ ਸ਼ਹਿਨਸ਼ਾਹੀ ਸੰਮਤ ਲੱਗਿਆ ਔਰ ਦੇਵ ਸੱਚੇ ਪਾਤਸ਼ਾਹ ਨੇ ਉਸ ਸਮੇਂ 2021 ਦੇ ਬਾਅਦ ਚਿੱਟੇ ਵਸਤਰ ਪਾਉਣ ਦਾ ਜਿਹੜਾ ਸੀ ਹੁਕਮ ਦਿੱਤਾ ਗਿਆ ਕਿ ਹੁਣ ਹਰ ਭਗਤ ਦੁਆਰ ਦੇ ਵਿੱਚ ਸੰਗਤ ਨੇ ਆਉਣਾ ਹੈ, ਭਗਤਾਂ ਨੇ ਆਉਣਾ ਹੈ ਤੇ ਚਿੱਟੇ ਵਸਤਰ ਧਾਰਨ ਕਰਕੇ ਆਉਣਗੇ। ਇਹ ਮਰਿਆਦਾ ਲਗਾ ਦਿੱਤੀ ਗਈ। ਸਤਿਯੁਗ ਦਾ ਚਿੱਟਾ ਬਾਣਾ ਵੀ ਨਾਲ ਹੀ ਲਗਾ ਦਿੱਤਾ ਗਿਆ ਔਰ 17 ਹਾੜ ਨੂੰ ਹੁਕਮ ਹੋਇਆ ਸੀ। ਪਹਿਲੀ ਚੇਤ ਨੂੰ ਸ਼ਹਿਨਸ਼ਾਹੀ ਸੰਮਤ ਲੱਗਾ, ਕਲਯੁਗ ਖਤਮ ਕਰਕੇ ਸਤਿਯੁਗ ਨੂੰ ਲਗਾ ਦਿੱਤਾ ਗਿਆ ਔਰ ਨਾਲ ਹੀ ਚਿੱਟੇ ਬਾਣੇ ਵਾਸਤੇ ਵੀ ਹੁਕਮ ਹੋਇਆ ਕਿ ਚਿੱਟੇ ਬਾਣੇ ਜਿਹੜੇ ਹਨ ਭਗਤ ਜਨ 17 ਹਾੜ ਨੂੰ ਜਦੋਂ ਹੁਣ ਹਰ ਭਗਤ ਦੁਆਰ ਆਉਣਗੇ ਚਿੱਟਾ ਬਾਣਾ ਪਹਿਨ ਕੇ ਆਉਣਗੇ। ਸੋ ਚਿੱਟੇ ਬਾਣੇ ਨੂੰ ਚੁਣਿਆ ਗਿਆ। ਚਿੱਟੇ ਬਾਣੇ ਨੂੰ ਕਿਉਂ ਮਾਣ ਦਿੱਤਾ ਗਿਆ ਔਰ ਚਿੱਟੇ ਬਾਣੇ ਨੂੰ ਮਾਣ ਇਸ ਕਰਕੇ ਦਿੱਤਾ ਗਿਆ ਕਿ ਕਿਉਂਕਿ ਅਕਾਲ ਪੁਰਖ ਦੀ ਜਿਹੜੀ ਖੇਲ ਆ ਉਸਨੇ ਚਿੱਟੀ ਧਾਰੋਂ ਸਫੇਦ ਧਾਰੋਂ ਹੀ ਵਿਸ਼ਨੂੰ ਨੂੰ ਪੈਦਾ ਕੀਤਾ, ਬ੍ਰਹਮੇ ਨੂੰ ਬਣਾਇਆ, ਸ਼ਿਵ ਜੀ ਨੂੰ ਸੁਨ ਸਮਾਦ ਦੇ ਵਿੱਚੋਂ ਬਣਾਇਆ ਔਰ ਇਹ ਜਗਤ ਦੀ ਰਚਨਾ ਕੀਤੀ ਹੈ। ਚਿੱਟੀ ਧਾਰੋਂ ਦੀ ਸਾਰੀ ਇਹ ਰਚਨਾ ਕੀਤੀ ਗਈ। ਸੋ ਗੁਰਮੁਖਾਂ ਨੂੰ ਹੀ ਜਿਹੜਾ ਹੁਕਮ ਦਿੱਤਾ ਭਗਤਾਂ ਨੂੰ ਕਿ ਭਗਤ ਜਦੋਂ ਚਿੱਟਾ ਬਾਣਾ ਪਹਿਨ ਕੇ ਆਉਣਾ ਹੈ। ਜਿਸ ਤਰ੍ਹਾਂ ਤੁਸੀਂ
ਬਾਹਰੋਂ ਚਿੱਟੇ, ਇਸ ਤਰ੍ਹਾਂ ਤੁਸੀਂ ਅੰਦਰ ਤੁਹਾਡੀ ਦਸਮ ਦੁਆਰੀ ਦੇ ਵਿੱਚ ਵੀ ਤੁਹਾਡਾ ਆਤਮ ਪਰਮਾਤਮਾ ਦਾ ਮੇਲਾ, ਔਰ ਤੁਸੀਂ ਅੰਦਰੋਂ ਵੀ ਤੁਹਾਨੂੰ ਦਸਮ ਦੁਆਰੀ ਦੇ ਵਿੱਚ ਇਦਾਂ ਹੀ ਚਿੱਟੀ ਧਾਰ ਮੈਂ ਵਿਖਾਈ ਜਾਵੇ। ਸੋ ਦਸਮ ਦੁਆਰੀ ਦਾ ਰੰਗ, ਦਸਵੇਂ ਘਰ ਦਾ ਰੰਗ ਮਜੀਠੀ ਰੰਗ, ਚਿੱਟਾ ਰੰਗ ਹੈ ਬਸ ਸਮਝੋ। ਸੋ ਫਿਰ ਇਹ ਵੀ ਹੁਕਮ ਸੀ ਕਿ ਜੋ ਚਿੱਟੇ ਵਸਤਰ ਹਨ ਕਿਸੇ ਨੇ ਵੀ ਮੰਗ ਕੇ ਨਹੀਂ ਪਾਉਣੇ, ਜਿਨ੍ਹਾਂ ਦੇ ਨਹੀਂ ਹਨ ਉਹਨਾਂ ਨੂੰ ਭਗਤ ਦਵਾਰ ਦੇ ਵਿੱਚੋਂ ਮਹਾਰਾਜ ਜੀ ਦਾ ਹੁਕਮ ਹੈ ਕਿ ਹੱਥੀ ਬਣਾ ਕੇ ਦਿੱਤੇ ਜਾਣਗੇ। ਸੋ ਕਲਯੁਗ ਖਤਮ, ਸਤਯੁਗ ਲੱਗਾ। ਬੇਸ਼ੱਕ ਹਰ ਸੰਗਤ ਦੇ ਵਿੱਚ ਵੀ ਕੂੜ ਕੜਿਆਰ ਅਜੇ ਵੀ ਹੈ, ਪੂਰੀ ਤਰ੍ਹਾਂ ਹਰ ਸੰਗਤ ਦੇ ਵਿੱਚ ਵੀ ਜੇ ਕਹੀਏ ਕਿ ਆਪਾਂ ਸਤਵਾਦੀ ਹੀ ਹੋ ਗਏ ਔਰ ਪੂਰਾ ਸਤਯੁਗ ਲੱਗ ਚੁੱਕਾ, ਸਤਯੁਗ ਲਾਉਣ ਵਾਲੇ ਨੇ ਲਾ ਦਿੱਤਾ। ਮੰਨਣਾ ਜਿਹੜਾ ਹੈ ਉਹ ਮੰਨਾਂਗੇ ਤੇ ਸਾਡੇ ਵਾਸਤੇ ਸਤਯੁਗ ਹੈ, ਅਗਰ ਨਹੀਂ ਮੰਨਦੇ ਤੇ ਸਾਡੇ ਵਾਸਤੇ ਵੀ ਕਲਯੁਗ ਹੀ ਹੈ। ਜੇ ਅਸੀਂ ਮੰਨਦੇ ਹਾਂ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਜੋ ਹੁਕਮ ਹੈ, ਜੋ ਨਿਯਮ ਹੈ, ਜੋ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਦਿੱਤਾ ਹੈ, ਤੇ ਫਿਰ ਸਾਡੇ ਵਾਸਤੇ ਸਤਯੁਗ ਹੈ। ਜੇ ਅਸੀਂ ਹੁਕਮ ਅਦੂਲੀ ਕਰਦੇ ਹਾਂ, ਜਿਸ ਤਰ੍ਹਾਂ ਦੂਜਾ ਸੰਸਾਰ ਜਿਹੜਾ ਹੈ ਉਹਨੂੰ ਸੋਝੀ ਨਹੀਂ, ਔਰ ਅਸੀਂ ਵੀ ਅਣਜਾਣ ਬਣਦੇ ਹਾਂ ਔਰ ਹੁਕਮ ਅਦੂਲੀ ਕਰਦੇ ਹਾਂ, ਤੇ ਫਿਰ ਅਸੀਂ ਵੀ ਕਲਯੁਗ ਦੇ ਵਿੱਚ ਹੀ ਫਿਰ ਰਹੇ ਹਾਂ, ਔਰ ਸਾਡੇ ਵਾਸਤੇ ਵੀ ਕਲਯੁਗ ਹੈ। ਸੋ ਹਰ ਸੰਗਤ ਜੀਓ, ਚੇਤ ਸੁਹੰਦਾ ਮਹਾਰਾਜ ਸ਼ੇਰ ਸਿੰਘ ਨੇ ਲਿਆਂਦਾ। ਚੇਤ ਨੇ ਕਿਹਾ ਗ੍ਰੰਥਾਂ ਦੇ ਵਿੱਚ ਹੈ ਕਿ ਚੇਤ ਦਾ ਇਸ਼ਟ ਕੀ ਹੈ। ਆਪਾਂ ਇਹ ਵੀ ਥੋੜਾ ਬਾਣੀ ਦੇ ਨਾਲ ਜੇ ਆਪਾਂ ਵੇਖੀਏ, ਇੰਨੀ ਲਿਖਤ ਤੇ ਚਲੋ ਮੈਂ ਨਹੀਂ ਪੜ੍ਹ ਸਕਦਾ, ਲੇਕਿਨ ਮੈਂ ਲਿਖਤ ਦੇ ਆਧਾਰ ਤੇ ਵਚਨ ਆਪ ਨਾਲ ਸਾਂਝੇ ਕਰਾਂਗੇ। ਅਗਰ ਚੇਤ ਮਹੀਨੇ ਨੇ ਜਦ ਆਪਣਾ ਬਿਆਨ ਦਿੱਤਾ, ਚੇਤ ਮਹੀਨੇ ਨੇ ਜਦ ਕਿਹਾ ਕਿ ਚੇਤ ਕਹੇ ਕਰਕੇ ਲਿਖਤ ਚੱਲਦੀ ਹੈ। ਚੇਤ ਨੇ ਸਤਿਗੁਰੂ ਸ਼ਬਦ ਨੂੰ ਮੰਨਿਆ ਕਿ ਤੂੰ ਸ਼ਹਿਨਸ਼ਾਹ ਹੈ, ਔਰ ਚੇਤ ਨੇ ਪਾਰ ਬ੍ਰਹਮ ਪਤ ਪਰਮੇਸ਼ਵਰ ਨੂੰ ਮੰਨਿਆ ਕਿ ਤੂੰ ਕਲਕੀ ਅਵਤਾਰ ਹੈ ਔਰ ਤੂੰ ਪਰਮਾਤਮਾ ਹੈ। ਸੋ ਸਤਿਗੁਰੂ ਸ਼ਬਦ ਨੂੰ ਜਦ ਚੇਤ ਨੇ ਮੰਨਿਆ ਤੇ ਸਤਿਗੁਰੂ ਸ਼ਬਦ ਮਹਾਰਾਜ ਪੂਰਨ ਸਿੰਘ ਜੀ ਹਨ, ਔਰ ਜਦ ਪਾਰ ਬ੍ਰਹਮ ਪਰਮੇਸ਼ਰ ਨੂੰ ਔਰ ਕਲਕੀ ਅਵਤਾਰ ਨੂੰ ਮੰਨਿਆ, ਚੇਤ ਨੇ ਆਪਣਾ ਇਸ਼ਟ ਰੱਖਿਆ, ਔਰ ਉਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਕਨਕਪੁਰ ਵਾਸੀ ਹਨ। ਚੇਤ ਨੇ ਜਦ ਦੱਸਿਆ 23 ਨੰਬਰ ਗ੍ਰੰਥ ਦੇ ਵਿੱਚ, ਚੇਤ ਨੇ ਕਿਹਾ ਕਿ ਚੇਤ ਕਹੀ, ਚੇਤ ਨੇ ਕਿਹਾ ਮੈਂ ਪ੍ਰਭੂ ਤੇਰੇ ਚਰਨਾਂ ਤੇ ਨਮਸਕਾਰ ਕਰਦਾ ਹਾਂ, ਸਜਦਾ ਕਰਦਾ ਹਾਂ। ਮੇਰਾ ਕੋਈ ਸੀਸ ਧੜ ਤੇ ਹੈ ਹੀ ਨਹੀਂ, ਕੋਈ ਮੇਰਾ ਤਨ ਵਜੂਦ ਤੇ ਹੈ ਹੀ ਨਹੀਂ। ਮੈਂ ਤਾਂ ਤਨ ਵਜੂਦ ਤੋਂ ਬਿਨਾ ਸੀਸ ਤੋਂ ਹੀ ਤੇਰੇ ਚਰਨ ਕਮਲਾਂ ਦੇ ਉੱਪਰ ਨਮਸਕਾਰ ਕਰਦਾ ਹਾਂ, ਕਿਉਂਕਿ ਤੂੰ ਜੋਤੀ ਜਾਤਾ ਰੂਪ ਧਾਰਨ ਕਰ ਲਿਆ ਹੈ। ਤੂੰ ਵੀ ਜੋਤ ਰੂਪ ਹੈ, ਪ੍ਰਕਾਸ਼ ਰੂਪ ਹੈ, ਨੂਰ ਰੂਪ ਹੈ, ਔਰ ਜੋਤ ਸਰੂਪ ਪਰਮਾਤਮਾ ਜੋਤੀ ਜਾਤਾ ਰੂਪ ਦਾ ਧਾਰਨ ਕੀਤਾ ਹੋਇਆ ਹੈ, ਔਰ ਮੈਂ ਤੇਰਾ ਇੱਕ ਇਸ਼ਟ ਮੰਨਦਾ ਹਾਂ, ਤੈਨੂੰ ਮੈਂ ਨਮਸਕਾਰ ਕਰਦਾ ਹਾਂ। ਮਹਾਰਾਜ ਸ਼ੇਰ ਸਿੰਘ ਤੂੰ ਹੀ ਨਿਰਾਕਾਰ ਹੈ, ਨਿਰੰਕਾਰ ਹੈ, ਨਿਰਗੁਣ ਹੈ, ਔਰ ਤੂੰ ਹੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ, ਤੇਰੀ ਹੀ ਸਾਰੀ ਖੇਲ ਹੈ। ਇਹ ਚੇਤ ਨੇ ਜਿਹੜਾ ਹੈ ਲਿਖਤੀ ਬਿਆਨ ਦਿੱਤਾ ਹੈ। ਅਗਰ ਅਸੀਂ ਚੇਤ ਦੀ ਮਨੌਤ ਦੇਖੀਏ, ਸਿੱਖਿਆ ਲਈਏ ਕਿ ਚੇਤ ਮਹੀਨੇ ਨੇ ਜਿਹੜਾ ਬਿਆਨ ਦਿੱਤਾ, ਚੇਤ ਮਹੀਨੇ ਨੇ ਜਿਹੜੀ ਗੱਲ ਕੀਤੀ ਹੈ, ਤੇ ਚੇਤ ਮਹੀਨੇ ਨੇ ਇੱਕ ਅਕਾਲ ਪੁਰਖ ਨੂੰ ਆਪਣਾ ਇਸ਼ਟ ਰੱਖਿਆ। ਸੋ ਆਪਾਂ ਸਾਰਿਆਂ ਨੇ ਇੱਕ ਅਕਾਲ ਪੁਰਖ ਨੂੰ ਇਸ਼ਟ ਰੱਖਣਾ ਹੈ, ਜੋ ਸਾਡਾ ਮਾਤਾ ਹੈ, ਪਿਤਾ ਹੈ, ਜਿਸ ਦਾ ਦੋ ਜਹਾਨਾਂ ਦੇ ਵਿੱਚ ਖੇਲ ਹੈ, ਇੱਥੇ ਵੀ ਹੈ ਔਰ ਸੱਚਖੰਡ ਦੇ ਵਿੱਚ ਵੀ ਹੈ। ਜੋ ਇੱਥੇ ਵੀ ਸਹਾਈ ਹੈ, ਸੱਚਖੰਡ ਦੇ ਵਿੱਚ ਵੀ ਸਹਾਈ ਹੈ। ਔਰ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਨੇ ਪਹਿਲਾਂ ਸੱਚਖੰਡ ਦੇ ਵਿੱਚ ਸਾਰੇ ਜਿਹੜੀ ਆ ਗੱਲ ਕੀਤੀ ਆ, ਬੇਨਤੀ ਕੀਤੀ ਆ, ਅਰਜ਼ ਕੀਤੀ ਆ, ਫਿਰ ਮਾਤ ਲੋਕ ਦੇ ਉੱਪਰ ਹਾਜ਼ਰ ਹੋਏ ਨੇ। ਪਹਿਲਾਂ ਸੱਚਖੰਡ ਦੇ ਵਿੱਚ ਮਹਾਰਾਜ ਸ਼ੇਰ ਸਿੰਘ ਜੀ ਨੇ ਬੇਨਤੀ ਸੁਣੀ, ਫਿਰ ਮਾਤ ਲੋਕ ਦੇ ਉੱਪਰ ਵਿਹਾਰ ਚੱਲਿਆ। ਮਹਾਰਾਜ ਪੂਰਨ ਸਿੰਘ ਦੀ ਦੇਹ ਦੇ ਰਾਹੀਂ ਵਿਹਾਰ ਚੱਲ ਰਿਹਾ ਸੀ। ਮਹਾਰਾਜ ਸ਼ੇਰ ਸਿੰਘ ਜੀ ਜੋਤੀ ਜਾਤਾ ਰੂਪ ਧਾਰਨ ਕਰਕੇ ਵਿਹਾਰ ਕਰ ਰਹੇ ਸਨ, ਔਰ ਫਿਰ ਇੱਥੇ ਵੀ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨ ਹਾਜ਼ਰ ਹੋਏ। ਸੋ ਦੋ ਜਹਾਨ ਦੇ ਵਿੱਚ ਖੇਲ ਕੀਤਾ ਹੈ ਨੇਕ ਕਲੰਕ ਅਵਤਾਰ ਨੇ। ਲੋਆਂ ਗੁਰੀਆਂ ਨੂੰ ਵੇਖਿਆ ਹੈ, ਲੋਆਂ ਗੁਰੀਆਂ ਨੂੰ ਵੇਖਿਆ ਹੈ, ਜਿਮੀ ਅਸਮਾਨਾਂ ਨੂੰ ਵੇਖਿਆ ਹੈ। ਔਰ ਜਦ ਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕੱਲਾ ਚੇਤ ਹੀ ਨਹੀਂ ਕਿ ਚੇਤ ਨੇ ਕਿਸ ਤੇ ਆਪਣਾ ਜਿਹੜਾ ਹੈ ਉਹ ਮਹਾਰਾਜ ਸ਼ੇਰ ਸਿੰਘ ਜੀ ਨੂੰ ਨੇਕ ਕਲੰਕ ਅਵਤਾਰ ਨੂੰ ਰੱਖਿਆ। ਦੂਜੇ ਜਿਹੜੇ ਮਹੀਨੇ ਹਨ, ਜਿਹੜੇ ਦੂਜੇ 11 ਮਹੀਨੇ ਹਨ ਚੇਤ ਦੇ ਬਾਅਦ ਆਉਣੇ ਹਨ, ਉਹਨਾਂ ਸਾਰਿਆਂ ਦਾ ਵੀ ਅਗਰ ਇੱਕ ਇੱਕ ਮਹੀਨੇ ਦਾ ਅਸੀਂ ਲੇਖ ਦੇਖਦੇ ਹਾਂ
और उन्हां सारियां ने भी जिहड़ा है एक इष्ट जिहड़ा रखिया है, निकलंक अवतार नूं रखिया है। ये साडे समझण वास्ते है। अगर भगतां दा असीं पढ़दे हां लेख ते भगतां ने ते सदा इष्ट ही एक भगवान नूं रखिया है, भगवान नूं ही अपना मात पिता मन्निया है और इष्ट रखिया है। सो रुतां ने वारां ने थित्तां नूं बनाउण वाला, रुतां नूं बनाउण वाला, वारां नूं बनाउण वाला, सालां नूं बनाउण वाला, महीनिਆਂ ਨੂੰ ਬਣਾਉਣ वाला, दिन रात ਨੂੰ ਬਣਾਉਣ वाला, युगां ਨੂੰ ਬਣਾਉਣ वाला, जिमी आसमान ਨੂੰ ਬਣਾਉਣ वाला, चंद सूरज सितार ਨੂੰ ਬਣਾਉਣ वाला और पवन ਨੂੰ पानी ਨੂੰ ਬਣਾਉਣ वाला, बसंतर ਨੂੰ ਬਣਾਉਣ वाला। सो अंदर वसन वाला, बाहर वसन वाला, निज घर च रहन वाला, बाहर दर्शन देने वाला, अंदर बाहर नाल चलण वाला। सो एक आ ਉਹ ਬਾਣੀ ਨੇ ਗ੍ਰੰਥਾਂ ਦੇ ਰਾਹੀਂ ਸਾਨੂੰ ਪਤਾ ਲੱਗਾ, ਬਾਣੀ ਦੇ ਰਾਹੀਂ ਸਾਨੂੰ ਪਤਾ ਲੱਗਾ। ਸੱਚੇ ਪਾਤਸ਼ਾਹ ਜੀ ਨੇ ਜਦ ਬਾਣੀ ਵਿੱਚ ਲਿਖਾਇਆ ਕਿ ਇੱਕ ਮੈਂ ਹਾਂ ਔਰ ਜੋ ਸ੍ਰੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹਾਂ, ਸਦਾ ਰਹਿਣ ਵਾਲੀ ਸਮਰੱਥ ਤਾਕਤ ਹਾਂ, ਜੋ ਅਸੀਂ ਜੈਕਾਰਾ ਲਗਾਉਣੇ ਹਾਂ ਸੋ ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਜੋ ਇਸ ਜੈਕਾਰੇ ਦੇ ਅਰਥ ਮਹਾਰਾਜ ਜੀ ਨੇ ਕੀਤੇ ਹਨ। ਮਹਾਰਾਜ शेर सिंह विष्णु भगवान जी ने जो अर्थ महाराज पूर्ण सिंह जी तो करवाए हैं जयकारे दे, वो अर्थ जिहड़े हैं वो सत हैं, उन्हां दे उपर कोई भी किंतु परंतु टीका टिप्पणी नहीं करता। बिल्कुल अर्थ सही हैं, सच्चे हैं, लेकिन अर्थां नूं गलत जरूर पेश किया जाता है। अर्थां की अधूरी गल की जाती है, अर्थां की पूरी गल नहीं की जाती। अर्थां नूं दस्सिया नहीं जाता कि अर्थ किस दे नाम दे हैं। जयकारे दे अर्थ ते हन कि सो परमात्मा हंग आत्मा तू मेरा मैं तेरा, महाराज सारियां दा पातशाह, सारियां दा शहनशाह, राजियां दा राजा, शेर सिंह सारियां नूं डर दे भय विच रखण वाली समर्थ ताकत, विष्णु रूप हो के सारियां दी पालना करन वाला, भगवान रूप हो के सदा रहण वाला, अंत दे अंत तक कदी ना नाश होण वाला, अंत इसे ताकत दी जय होई है। सो ये जिस ताकत के जयकारे के अर्थ हैं, इस ताकत ने अपने आप को जोत स्वरूप पकवाया है कि मैं जोत स्वरूप हाँ और महाराज शेर सिंह विष्णु भगवान हाँ। केवल सिख अर्थां बारे दसते हैं, लेकिन जिसका जयकारा है, जिसकी जय हुई है, जिसका नाम है, जो जोत स्वरूप है, आद अंत जुगा जगंत रहने वाला है, ਉਹਦੇ ਬਾਰੇ नहीं दसते। पार ब्रह्म कह के अगे चले जाते हैं। पार ब्रह्म का खेल रचाया ऐसे ही जोत स्वरूप परमात्मा ने, ऐसे ही जोत स्वरूप महाराज शेर सिंह विष्णु भगवान ने खेल रचाया। और 1948 विक्रमी ਨੂੰ 10:30 रात ਨੂੰ 5ਵੀਂ जेठ ਨੂੰ 18 मई तरीक सी, मंगलवार का दिन सी, दिवस उजाड़ होया। इसे जोत स्वरूप परमात्मा ने जिसके जयकारे के अर्थ किए गए हैं, महाराज शेर सिंह विष्णु भगवान ने मात लोक के उपर कनकपुरी की धरती के उपर अवतार धारण किया और नाम रखाया महाराज शेर सिंह विष्णु भगवान, निर्गुण सरगुण जामा धारण किया। सो ये 24 अवतार के नाम के अर्थ हैं। 24 अवतार महाराज शेर सिंह विष्णु भगवान है। जिस तरह बाणी में आता है, पंचम जेठ भाव 5वीं जेठ नूं महाराज शेर सिंह विष्णु भगवान रामगढ़िया घर जोत प्रगटाई है। जगत तुल रामगढ़ी, रामगढ़िया घर जोत प्रगटाई है। और जोत स्वरूपी जो परमात्मा है, जिसके जयकारे के अर्थ किए गए हैं, उसे ही परमात्मा ने जोत स्वरूप ने जयकारे वाले ने महाराज शेर सिंह विष्णु भगवान ने 5वीं जेठ नूं अवतार धारण किया, रामगढ़िया कर जोत प्रगटाई। सो जिस तरह कि मैं बचन हर बारी साझे करदा हां जयकारे दे उपर, क्योंकि हर वार ही मैं देखदा रही हां हर संगत जी हर वार ही जयकारे दे उपर ही किंतु परंतु की जाती है कि ये देह वाले का जयकारा नहीं, थोड़ा होर बचा लिया। अगर सतगुरु मणि सिंह देह वाले हैं हो सकते हैं, महाराज प्रताप सिंह जी देह वाले हो सकते हैं, महाराज पूरन सिंह जी देह वाले हो सकते हैं, 5 तत्तां वाले हो सकते हैं, सतगुरु शब्द 5 तत्तां वाला हो सकता है रूप।
अगर पंज लिखारी देह वाले हो सकते हैं, दरबारी साडे देह वाले हो सकते हैं, सलाहकार देह वाले हो सकते हैं, लांगरी देह वाले हो सकते हैं तत्तां वाला रूप धारण करके, और आपां सारे देह वाले हो सकते हैं तत्तां वाला रूप धारण करके कि महाराज शेर सिंह विष्णु भगवान जिसका यह जयकारा है वो तत्तां वाला देहधारी महाराज शेर सिंह विष्णु भगवान बाबू पुरले वाला नहीं हो सकता। इत्थे कहा जाता कि ना ते नेक कलंक देहधारी है, ना कि देह वाले का जयकारा है। नेक कलंक जोत शब्द की धार है। नेक कलंक जिसनों जोत शब्द की धार कहा जाता है, कह रहे हैं साडे बुलारे, उसे ही नेक कलंक अवतार ने परमात्मा ने ही सरगुण जामा धारण किया, महाराज शेर सिंह विष्णु भगवान अखवाए। सो जे असी भगत पंज तत्त देहधारी हैं, सतगुरु शब्द पंज तत्त देहधारी है, सतगुरु बाबा मणि सिंह पंज तत्त देहधारी हैं, लिखारी देहधारी हैं, महाराज महताब सिंह जी देहधारी हैं, 23 अवतार साहिबान देहधारी हैं, 10 गुरु साहिबान देहधारी हैं, 3 पैगंबर साहिबान देहधारी हैं। सो अगर ये सारे देहधारी हैं, तत्तां वाला रूप धारण किया, वखो वखरे नाम धारण करके आए। इस तरह ही महाराज शेर सिंह विष्णु भगवान नेक कलंक नारायण नर अवतार 24 भी देहधारी हैं, और जो देहधारी नेक कलंक अखवाया है महाराज शेर सिंह विष्णु भगवान जी ने, वो सच्चे पातशाह जी का स्वरूप हजूर शहनशाह महाराज शेर सिंह विष्णु भगवान जी का नेक कलंक अवतार का सरगुण स्वरूप शरीरक रूप नेक कलंक सेंटर दे विच फोटो। तो इत्थे आके अधूरी गल हुंदी है, जयकारे के अर्थां के उपर किंतु परंतु नहीं है। अधूरी गल जिहड़ी है वो किसी बन्ने नहीं लाउंदी। जब महाराज शेर सिंह विष्णु भगवान की छोटी अवस्था दे विच सी, माता ताबो लोरियां दे के चुप करवाउंदे सी, छोटा बाला बच्चा समझ के महाराज शेर सिंह विष्णु भगवान करके सोहंग राग जिहड़ा सी मुख जो सुनाउंदे सी, कहते सी कि मेरा नाम सोहंग्या, मैं महाराज शेर सिंह विष्णु भगवान प्रगट होना, और भगतो संतो आओ और मेरे द्वारे तो आके नाम की दात ले लो, मेरे नाम की दात लो। और महाराज शेर सिंह विष्णु भगवान लिखा कि माता ताबो लोरियां दे चुप कराए, और महाराज शेर सिंह मुख पवाए। ये महाराज शेर सिंह विष्णु भगवान तत्तां वाले देह करके है नहीं, ते मुख कौन पवा रहे सी माता ताबो दे, जो ना कुछड़ चुकिया भी अपना बाला बच्चा समझ के लाड कर रहे सी। फिर पिता जवंत सिंह के हथ फड़ाउंदे सी, जे जगारे वाले का कोई वजूद ही नहीं है, ते फिर मुख कौन पवा रहा सी, जिहड़ा महाराज शेर सिंह विष्णु भगवान मुख पवा रहा सी, और ऊं करके सच्चा राग सुना रहे सी। समझ दी सानू जरूर पिया कि बाणी दे विच महाराज शेर सिंह विष्णु भगवान जी ने 2 स्वरूप दसे हैं, निर्गुण सरगुण। निर्गुण हन जोत स्वरूप, सरगुण हन देह करके, और देह करके सरगुण स्वरूप महाराज शेर सिंह विष्णु भगवान नेक कलंक अखवाए हैं। जिस तरह लेख दे विच चलदा है, हरमंदर साहिब का लेख चलता है, हरजू हरमंदर आए, और मंजी साहिब ऊपर चरण धरिया, चरण तां देह करके धरिया, हरजू देह करके है, हरी देह करके हरमंदर साहिब गए महाराज शेर सिंह विष्णु भगवान। और जिथे मंजी साहिब पीड़ा साहिब जिस दे उपर गुरु ग्रंथ साहिब जी का प्रकाश किया जाता सी, उस दे उपर लिखा है कि मंजी साहिब दे उपर हरी ने चरण धरिया। महाराज शेर सिंह विष्णु भगवान हरमंदर साहिब गए। महाराज शेर सिंह विष्णु भगवान तत्तां वाला रूप धारण करके सरवण रूप होके हरमंदर साहिब गए। नाल सतगुरु मणि सिंह तत्तां वाले रूप दे विच सरवण रूप हरमंदर साहिब गए। और घवेल वाला परिवार जिहड़ा सी सारा सरवण स्वरूप संगत जिहड़ी तत्तां वाला रूप भी वो हरमंदर साहिब गए। तो साडा भगवान भी तत्तां वाला है देहधारी। जिस तरह गुरु पीर अवतार पैगंबरां ने इशारा किया सी ग्रंथ नंबर 24 दे विच, जिन्हां ने बाणी पढ़ी भगतां ने उन्हां नूं पता हो कि सब ने इशारा किया सी गुरु पीर अवतार पैगंबरां ने कि जो अकाल पुरख है उसदे सरगुण रूप सरगुण धार आवे घर ताबो।
ਕਿ ਜੋ ਅਕਾਲ ਪੁਰਖ ਜਿਸ ਨੂੰ ਜੋਤ ਸ਼ਬਦ ਦੀ ਧਾਰ ਵੀ ਸਾਡੇ ਬੁਲਾਰੇ ਕਹਿੰਦੇ ਹਨ, ਪਾਰ ਬ੍ਰਹਮ ਕਹਿੰਦੇ ਹਨ, ਈਸ਼ਰ ਕਹਿੰਦੇ ਹਨ, ਨੇਕ ਨਿਰੰਜਨ ਕਹਿੰਦੇ ਹਨ, ਨਿਰਾਕਾਰ ਨਿਰਗੁਣ ਕਹਿੰਦੇ ਹਨ, ਜਿਸ ਨੂੰ ਕਹਿੰਦੇ ਹਨ ਅਸੀਂ ਮੰਨਦੇ ਹਾਂ। ਉਸੇ ਬਾਰੇ ਗੱਲ ਹੋਈ ਆਉਣ ਤੋਂ ਪਹਿਲਾਂ ਹੀ ਗ੍ਰੰਥ ਨੰਬਰ 24 ਦੇ ਵਿੱਚ ਜਦ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਨੇ ਇਸ਼ਾਰਾ ਕੀਤਾ ਆਉਣ ਤੋਂ ਪਹਿਲਾਂ ਕਿ ਜੋ ਅਕਾਲ ਪੁਰਖ ਦੀ ਸਰਗੁਣ ਧਾਰ ਹੈ, ਸਰਗੁਣ ਸਰੂਪ ਕਰਕੇ ਅਕਾਲ ਪੁਰਖ ਨੇ ਤਾਪੋ ਦੇ ਘਰ ਆਉਣਾ ਹੈ। ਅਕਾਲ ਪੁਰਖ ਵੀ ਤੱਤਾਂ ਵਾਲਾ ਰੂਪ ਧਾਰਨ ਕੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਏ ਜੋਤੀ ਜੋਤ ਸਰੂਪ ਹਰ ਨੇਕ ਕਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਏ। ਕਿਉਂਕਿ ਗ੍ਰੰਥ ਦੇ ਵਿੱਚ ਹੈ 4 ਨੰਬਰ ਗ੍ਰੰਥ ਦੇ ਵਿੱਚ ਵਰਣਨ ਆਉਂਦਾ ਹੈ ਜੋਤੀ ਜੋਤ ਸਰੂਪ ਹਰ ਲੋਕ ਮਾਤ ਹਰ ਜੋਤ ਧਰ ਪਹਿਲਾ ਸਰਵਣ ਸਰੂਪ ਬਣਾਇਆ। ਬੇਸ਼ੱਕ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨਾਂ ਨੂੰ ਅਕਾਲ ਪੁਰਖ ਨੇ ਇੱਕ ਅਕੀਸੇ ਨੇ ਸਰਗੁਣ ਰੂਪ ਤੱਤਾਂ ਵਾਲਾ ਦੇ ਕੇ ਭੇਜਿਆ, ਆਪਣਾ ਨਾਮ ਸ਼ਬਦ ਦੇ ਕੇ ਹੁਕਮ ਦੇ ਕੇ ਭੇਜਿਆ ਔਰ ਤੱਤਾਂ ਵਾਲੇ ਗੁਰੂ ਪੀਰ ਅਵਤਾਰ ਪੈਗੰਬਰ ਸਾਹਿਬਾਨ ਭੇਜੇ। ਲੇਕਿਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇ ਤੱਤਾਂ ਵਾਲਾ ਰੂਪ ਧਾਰਨ ਨਹੀਂ ਸੀ ਕੀਤਾ। ਅਕਾਲ ਪੁਰਖ ਨੇ ਆਪਣਾ ਆਕਾਰ ਪਹਿਲੀ ਵਾਰ ਕੀਤਾ ਮਾਤ ਲੋਕ ਦੇ ਉੱਪਰ। ਜਿਸ ਤਰ੍ਹਾਂ ਆਪਾਂ ਸ਼ਬਦਾਂ 'ਚ ਪੜ੍ਹਦੇ ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿੱਚ ਮਾਤ ਆਇਆ ਪਹਿਲੀ ਵਾਰ ਪੜ੍ਹਦੇ ਹਾਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਵਿੱਚ ਮਾਤ ਆਇਆ ਪਹਿਲੀ ਵਾਰ ਹੈ। ਸੋ ਜੋਤੀ ਜੋਤ ਸਰੂਪ ਹਰ ਜੋ ਸਰਬ ਆਤਮਾ ਦਾ ਪਰਮਾਤਮਾ ਜੋਤੀ ਜੋਤ ਸਰੂਪ ਹਰ ਹੈ, ਜਿਸ ਦਾ ਨਾਮ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਇਸੇ ਜੋਤੀ ਜੋਤ ਸਰੂਪ ਹਰ ਨੇ ਲੋਕ ਮਾਤ ਦੇ ਉੱਪਰ ਜੋਤ ਧਰੀ, ਪਹਿਲਾ ਸਰਗੁਣ ਸਰੂਪ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਗੁਣ ਸਰੂਪ ਖੇਲ ਕੀਤੀ। 2 ਸਾਲ ਅਵਸਥਾ ਵੇਖ ਵਿਚਾਰ ਕੇ ਸੰਤ ਮਣੀ ਸਿੰਘ ਨੂੰ ਸ਼ਬਦੀ ਹੁਕਮ ਦਿੱਤਾ ਔਰ ਹਰਮੰਦਰ ਸਾਹਿਬ ਜਾ ਕੇ ਚਰਨ ਕਮਲਾਂ ਦੀ ਛੋਹ ਦਿੱਤੀ। ਜਦ ਬਾਣੀ ਵਿੱਚ ਲਿਖਤ ਵਿੱਚ ਚੱਲਦਾ ਹੈ ਕਿ ਰਾਮਗੜੀਆਂ ਵਿੱਚ ਦੇਹ ਪ੍ਰਗਟਾਉਂ ਇਹ ਜੋਤੀ ਜੋਤ ਸਰੂਪ ਹਰ ਸਰਬ ਆਤਮਾ ਦੇ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਕਿਹਾ ਹੈ, ਜਿਸ ਦੀ ਮੋਹਰ ਹੈ ਗ੍ਰੰਥਾਂ ਦੇ ਵਿੱਚ ਨਾਮ ਦੀ। ਜੋਤੀ ਜੋਤ ਸਰੂਪ ਹਰ ਨੇ ਕਿਹਾ ਕਿ ਰਾਮਗੜੀਆਂ ਵਿੱਚ ਦੇਹ ਪ੍ਰਗਟਾਉਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਉਂ। ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰੋ। ਸ਼ੇਰ ਸਿੰਘ ਸਮਰੱਥ ਤਾਜ ਸ਼ੇਰ ਸਿੰਘ ਸ਼ਬਦ ਬਹਾਦਰ ਆ, ਸ਼ੇਰ ਸਿੰਘ ਹੀ ਸਰਦਾਰ ਆ, ਸਤਿਯੁਗ ਦਾ ਸਰਦਾਰ ਆ, ਚੌਹਾਂ ਯੁਗਾਂ ਦਾ ਸਰਦਾਰ ਆ। ਸ਼ੇਰ ਸਿੰਘ ਹੀ ਸਮਰੱਥ ਤਾਕਤ ਆ। ਸ਼ੇਰ ਸਿੰਘ ਹੀ ਆਪਣੇ ਆਪ ਨੂੰ ਵਿਸ਼ਨੂੰ ਭਗਵਾਨ ਅਖਵਾ ਰਹੇ ਨੇ, ਸ਼ੇਰ ਸਿੰਘ ਹੀ ਮਹਾਰਾਜ ਅਖਵਾ ਰਹੇ ਨੇ। ਸ਼ੇਰ ਸਿੰਘ ਹੀ ਆ ਕੇ ਸੋਹਣੀ ਸ਼ਬਦ ਚਲਾਇਆ। ਸ਼ੇਰ ਸਿੰਘ ਹੀ ਕਹਿ ਰਹੇ ਹਨ ਮੇਰਾ ਨਾਮ ਹੀ ਸੋਹਣ ਸ਼ਬਦ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਸ਼ੇਰ ਸਿੰਘ ਕਰਕੇ ਬਹੁਤ ਜ਼ਿਆਦਾ ਵਿਸਥਾਰ ਨਾਲ ਬਾਣੀ ਦੇ ਵਿੱਚ ਦੱਸਿਆ। ਪਹਿਲੀ ਖੇਤ ਦੀ ਲਿਖਤ ਦੇ ਵਿੱਚ 6 ਨੰਬਰ ਗ੍ਰੰਥ ਦੇ ਵਿੱਚ ਦੱਸਿਆ ਕਿ ਸ਼ੇਰ ਸਿੰਘ ਮੈਂ ਹਾਂ ਸ਼ਬਦ ਬਹਾਦਰ, ਸ਼ੇਰ ਸਿੰਘ ਹੀ ਮੈਂ ਸਰਦਾਰ ਹਾਂ, ਸ਼ੇਰ ਸਿੰਘ ਹੀ ਮੈਂ ਨੇਕ ਕਲੰਕ ਅਵਤਾਰ ਹਾਂ। ਮੈਨੂੰ ਸ਼ੇਰ ਸਿੰਘ ਕੱਲਾ ਕਿਉਂ ਬੋਲਣਾ ਪੈ ਰਿਹਾ? ਕਿਉਂਕਿ ਜਦ ਕਹਿੰਦੇ ਹਨ ਕਿ ਮਹਾਰਾਜ ਸ਼ੇਰ ਸਿੰਘ, ਸਾਡੇ ਕੁਝ ਬੁਲਾਰੇ ਕਹਿੰਦੇ ਹਨ ਮਹਾਰਾਜ ਨਹੀਂ ਲਾਉਂਦੇ, ਮੈਨੂੰ ਤਾਂ ਸ਼ੇਰ ਸਿੰਘ ਬੋਲਣਾ ਪੈ ਰਿਹਾ, ਕੱਲਾ ਜਿਹੜਾ ਨਾਮ ਲੈਣਾ ਪੈ ਰਿਹਾ। ਕਿਉਂਕਿ ਕੁਝ ਬੁਲਾਰੇ ਇਹ ਵਚਨ ਰੱਖਦੇ ਹਨ ਕਿ ਸ਼ੇਰ ਸਿੰਘ ਕੱਲਾ ਭਵਿੰਡ ਵਾਲਾ ਸੀ ਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਭੈ ਦਾਇਕ, ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਹੋ ਰਿਹਾ। ਦੋ ਮਹਾਰਾਜ ਸ਼ੇਰ ਸਿੰਘ ਬਣਾਈ ਜਾ ਰਹੇ ਨੇ, ਇੱਕ ਸ਼ੇਰ ਸਿੰਘ ਕੱਲਾ ਬਣਾ ਰਹੇ ਨੇ, ਇੱਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੋ ਮੈਂ ਬਚਨ ਸਾਂਝਾ ਕਰਨਾ ਚਾਹੁੰਦਾ ਆਪ ਨਾਲ ਹਰ ਸੰਗਤ ਜੀਓ। ਸ਼ੇਰ ਸਿੰਘ ਹੀ ਸਵੈ ਭੰਗ ਹੈ, ਸਵੈ ਸ਼ਕਤੀ ਹੈ। ਸ਼ੇਰ ਸਿੰਘ ਹੀ ਅਕਾਲ ਪੁਰਖ ਹੈ ਜੋ ਸਾਰਿਆਂ ਨੂੰ ਡਰ ਤੇ ਭੈ ਦੇ ਵਿੱਚ ਰੱਖਣ ਵਾਲੀ ਸਮਰੱਥ ਤਾਕਤ ਆ। ਤੇ ਉਸੇ ਸ਼ੇਰ ਸਿੰਘ ਨੇ ਜੋਤੀ ਜੋਤ ਸਰੂਪ ਹਰ ਨੇ ਸ਼ੇਰ ਸਿੰਘ ਨੇ ਜਾਮਾ ਧਾਰਨ ਕੀਤਾ। ਮਾਤਾ ਤਾਪੋ ਔਰ ਪਿਤਾ ਜਵਨ ਸਿੰਘ ਨਾਮ ਵਡਿਆ ਗ੍ਰੰਥ ਨੰਬਰ 4 ਦੇ ਵਿੱਚ ਹੈ। ਸਿੰਘ ਸ਼ੇਰਾ ਨਾਮ ਰਖਾਇਆ, ਸਿੰਘ ਸ਼ੇਰ ਪ੍ਰਗਟ ਹੋਇਆ। ਸੋ ਸ਼ੇਰ ਸਿੰਘ ਜੋ ਸਮਰੱਥ ਤਾਕਤ ਹੈ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਖਵਾਉਂਦੇ ਹਨ। ਜੋਤੀ ਜੋ ਸਰੂਪ ਹਰ ਨੇਕ ਕਲੰਕ ਨਰੈਣ ਨਾਲ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ
ਭਗਵਾਨ ਅਵਤਾਰ 24 ਅਪਣਾਉਂਦੇ ਹਨ। ਸ਼ਬਦ ਫੋਟੋ ਦੇ ਉੱਪਰ ਇਸੇ ਕਰਕੇ ਭੁਲੇਖਾ ਕੱਢਿਆ ਗਿਆ ਕਿ ਮੁੜ ਕੇ ਜਿਹੜੇ ਭਰਮ ਭੁਲੇਖੇ ਦੇ ਵਿੱਚ ਹਰ ਸੰਗਤ ਰੋਲ ਨਾ ਜਾਇਓ। ਇਸੇ ਕਰਕੇ ਹੀ ਜਦ ਪਹਿਲੀ ਚੇਤਨ ਨੇ ਸ਼ਬਦ ਭੇਜਿਆ, ਹਰ ਸੰਗਤ ਨੂੰ ਇੱਕ ਇੱਕ ਸ਼ਬਦ ਭੇਜਿਆ ਔਰ ਉਹਦੇ ਉੱਪਰ ਭੁਲੇਖਾ ਇਸੇ ਕਰਕੇ ਕੱਢਿਆ ਗਿਆ ਕਿ ਕੋਈ ਭੁਲੇਖੇ ਵਿੱਚ ਭਰਮ ਨਾ ਰਹਿ ਜਾਵੇ ਕਿ ਲੇਖਾ ਕੌਣ ਲਿਖਾ ਰਿਹਾ ਹੈ, ਲੈਣਾ ਦੇਣਾ ਕੌਣ ਦੇ ਰਿਹਾ ਹੈ, ਨੇਕ ਲੰਗ ਕੌਣ ਹੈ ਔਰ ਖੇਲ ਕੌਣ ਕਰ ਰਿਹਾ ਹੈ। ਔਰ ਭਗਤ ਭਗਵਾਨ ਦਾ ਜਿਹੜੀ ਖੇਡ ਹੋਈ ਹੈ ਭਗਤ ਭਗਵਾਨ ਦੀ, ਉਹ ਕਿਸ ਨੇ ਖੇਲੀ ਆ ਕੇ ਹਰ ਸੰਗਤ ਜੀਓ। ਸੋ ਇਸੇ ਕਰਕੇ ਹੀ ਸਰੂਪ ਵੀ ਨੇਕ ਲੰਗ ਅਵਤਾਰ ਦਾ ਉੱਪਰ ਲਗਾਇਆ ਗਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦਾ ਨੇਕ ਲੰਗ ਅਵਤਾਰ ਦਾ ਸਰੂਪ ਸ਼ਬਦ ਫੋਟੋ ਦੇ ਉੱਪਰ ਲਗਾ ਕੇ ਉੱਪਰ ਲਿਖਿਆ ਗਿਆ ਨੇਕ ਲੰਗ ਨਰੈਣ ਦਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਫੋਟੋ ਦੇ ਉੱਪਰ ਲਿਖਿਆ ਗਿਆ। ਸੋ ਨੇਕ ਥੋੜਾ ਜਿਹਾ ਨਾਮਾਂ ਨੂੰ ਆਪਾਂ ਅਗਰ ਵਿਚਾਰੀਏ ਔਰ ਫੋਟੋ ਦੇ ਉੱਪਰ ਲਿਖਿਆ ਗਿਆ ਨੇਕ ਲੰਗ ਨਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਉਂਕਿ ਹੈ ਹੀ ਉਹ ਸੱਚੇ ਪਾਤਸ਼ਾਹ ਨੇਕ ਲੰਗ ਨਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਔਰ ਸ਼ਬਦ ਫੋਟੋ ਦੇ ਥੱਲੇ ਵੀ ਇੱਕ ਨਾਮ ਲਿਖਿਆ ਗਿਆ ਹੈ। ਜ਼ਿਆਦਾ ਜਕਾਰੇ ਤੇ ਜਿਹੜਾ ਭਰਮ ਲਿਖੇ ਪਾਏ ਜਾਂਦੇ, ਜਕਾਰੇ ਨੂੰ ਲੈ ਕੇ ਸੱਚ ਦਾ ਮਾਲਕ ਕੁਝ ਬਚਨ ਦੋ ਚਾਰ ਹੋ ਰਹੇ ਨੇ ਕਰਨ ਵਾਲੇ ਕਰ ਲਈਏ, ਕਿਉਂਕਿ ਇੱਕ ਨਾਂ ਦਾ ਕੰਮ ਜੇ ਝੂਠ ਬੋਲਣਾ, ਇੱਕ ਨਾਂ ਨੂੰ ਨੇ ਸੱਚ ਤੇ ਲਾਇਆ, ਆਪਾਂ ਆਪਣਾ ਕੰਮ ਕਰੀ ਜਾਣਾ, ਝੂਠ ਬੋਲਣ ਵਾਲਾ ਝੂਠ ਬੋਲੀ ਜਾਣਾ, ਆਪਾਂ ਸੱਚ ਬੋਲਣ ਵਾਲਾ ਸੱਚ ਬੋਲੀ ਜਾਣਾ। ਇੱਥੇ ਕੋਈ ਉਹਨੂੰ ਸੰਖਿਆ ਨਾਲ ਗਿਣਤੀ ਨਾਲ ਫਰਕ ਨਹੀਂ ਪੈਂਦਾ ਕਿ ਉਹਨੂੰ ਕਰੋੜਾਂ ਹੀ ਹੋਣ ਤੇ ਉਹ ਨੇਕ ਲੰਗ ਬਣਦਾ। ਦਰਬਾਰ ਭਰਿਆ ਹੀ ਹੋਵੇ, ਬਰਾਂਡਿਆਂ 'ਚ ਬੈਠੇ ਹੋਣ, ਬਾਹਰ ਬੈਠੇ ਹੋਣ, ਨਹਿਰ ਤਾਂ ਹੀ ਹੋਣ, ਤੇ ਫੇਰ ਹੀ ਉਹਨੂੰ ਜਿਹੜਾ ਉਹ ਨੇਕ ਲੰਗ ਬਣੂਗਾ ਜਾਂ ਫੇਰ ਹੀ ਉਹਨੂੰ ਸਤਿਸੰਗ ਪਾਉਂਦਾ। ਨਹੀਂ, ਉਹਨੂੰ ਤਾਂ ਸੱਚੇ ਸੁੱਚੇ ਸਿੱਖਾਂ ਦੀ ਲੋੜ ਆ। ਇੱਕ ਹੋਣ ਦੋ ਹੋਣ, ਭਾਵੇਂ ਇੱਕ ਨਾਲ ਹੀ ਜਿਹੜਾ ਉਹਦਾ ਤੇ ਮਹਾਰਾਜ ਕਹਿੰਦੇ ਕੋਟਣ ਕੋਟਾਂ ਵਿੱਚੋਂ ਪਦਮਾਂ ਦੀ ਗਿਣਤੀ ਦੇ ਵਿੱਚੋਂ, ਭਾਵੇਂ ਪਦਮਾਂ ਦੀ ਗਿਣਤੀ ਹੋਵੇ ਇਸ ਸ੍ਰਿਸ਼ਟੀ ਦੇ ਉੱਪਰ, ਕਰੋੜਾਂ ਕੋਟਣ ਕੋਟਾਂ ਦੀ ਗਿਣਤੀ ਹੋਵੇ, ਮੈਨੂੰ ਇੱਕ ਹੀ ਭਗਤ ਬਹੁਤ ਆ, ਉਹਨਾਂ ਦੇ ਤੁੱਲ ਮੇਰਾ ਇੱਕ ਹੀ ਭਗਤ ਬਹੁਤ ਆ। ਮਤਲਬ ਮਹਾਰਾਜ ਜੀ ਗ੍ਰੰਥ ਦੇ ਵਿੱਚ ਦੱਸਦੇ ਹਨ, ਬਾਣੀ ਦੇ ਰਾਹੀਂ ਸਾਨੂੰ, ਕਿ ਪਦਮਾਂ ਦੇ ਵਿੱਚੋਂ ਇੱਕ ਭਗਤ ਮੇਰਾ ਬਣਦਾ। ਔਰ ਕੋਟਣ ਕੋਟ ਵੀ ਹੋਣ, ਸੰਖਿਆ ਹੋਵੇ, ਮੈਨੂੰ ਮੇਰਾ ਇੱਕ ਭਗਤ ਹੀ ਬਹੁਤ ਹੈ, ਮੈਂ ਉਹਦੇ ਨਾਲ ਹੀ ਖੁਸ਼ ਹਾਂ। ਤੇ ਭਗਤਾਂ ਦੇ ਨਾਲ ਹੀ ਪੀੜੀ ਆ ਭਗਵਾਨ ਦੀ। ਭਗਤ ਜਨ ਹੀ ਆਪਣੇ ਭਗਵਾਨ ਦੀ ਮਹਿਮਾ ਕਰਦੇ ਹਨ। ਆਪਣੀ ਮਹਿਮਾ ਕਰਾਉਣ ਵਾਸਤੇ ਉਹਨਾਂ ਭਗਤਾਂ ਨੂੰ ਪਹਿਲੋਂ ਨਾਲ ਲੈ ਕੇ ਆਉਣਾ ਪੈਂਦਾ, ਭੇਜਣਾ ਪੈਂਦਾ। ਸਤਿਗੁਰ ਮਣੀ ਸਿੰਘ ਨੂੰ, ਸੱਚੇ ਭਗਤ ਨੂੰ, ਦੁਆਪਰ ਯੁੱਗ ਦੇ ਸੱਚੇ ਭਗਤ ਨੂੰ ਅਰਜਨ ਦਾ ਜਾਮਾ ਸੀ, ਕੁੰਤੀ ਪੁੱਤ ਅਰਜਨ ਦਾ, ਕ੍ਰਿਸ਼ਨ ਭਗਵਾਨ ਨੇ 18 ਅਧਿਆਏ ਗੀਤਾ ਦਾ ਪਾਠ ਪੜਾਇਆ, ਇੱਕ ਅਰਜਨ ਨੂੰ ਸੋਝੀ ਪਾਈ ਸੀ ਔਰ ਆਉਣ ਤੋਂ ਪਹਿਲਾਂ ਭਗਤ ਨੂੰ ਭੇਜ ਦਿੱਤਾ। ਵਰਕੀ ਭੇਜਿਆ, ਮਹਾਰਾਜ ਮਹਿਤਾਬ ਸਿੰਘ ਨੂੰ ਨਾਲ ਬੁਲਾਇਆ, ਫਿਰ ਜਾਮਾ ਧਾਰਨ ਕੀਤਾ, ਫਿਰ ਇੱਕ ਭਗਤ ਦੇ ਨਾਲ ਹੀ ਆਪਣਾ ਡੰਕਾ ਸ੍ਰਿਸ਼ਟੀ ਦੇ ਉੱਪਰ ਮਰਵਾ ਲਿਆ। ਮਹਾਰਾਜ ਨਾਲ ਕੋਈ 100 ਕੋਈ ਗਿਣਤੀ ਬਹੁਤੀ ਕਰੋੜਾਂ ਵਾਲੀ ਇਕੱਠੀ ਨਹੀਂ ਕੀਤੀ ਕਿ ਹੋਣਗੇ ਤੇ ਫੇਰ ਹੀ ਮੇਰੀ ਗੱਲ ਕਰਨੀ। ਇੱਕ ਸਤਿਗੁਰੂ ਮਣੀ ਸਿੰਘ ਨੂੰ ਉਠਾਇਆ ਔਰ ਸਤਿਗੁਰੂ ਮਣੀ ਸਿੰਘ ਨੇ ਸੱਚ ਦਾ ਢੋਲ ਜਿਹੜਾ ਸੀ, ਸੱਚ ਦਾ ਡੰਕਾ ਵਜਾਇਆ। ਨਾ ਉਹ ਕਿਸੇ ਤੋਂ ਡਰਾਇਆ, ਨਾ ਉਹ ਰਾਜਿਆਂ ਤੋਂ ਡਰੇ, ਮਹਾਰਾਜਿਆਂ ਤੋਂ ਡਰੇ, ਨਾ ਅੰਗਰੇਜ਼ ਸਰਕਾਰ ਤੋਂ ਡਰੇ, ਨਾ ਉਹਨਾਂ ਨੇ ਕਿਸੇ ਹੋਰ ਦਾ ਡਰ ਰੱਖਿਆ, ਭੈ ਰੱਖਿਆ। ਪਾਤਸ਼ਾਹ ਬਾਣੀ 'ਚ ਦੱਸਿਆ ਕਿ ਮਣੀ ਸਿੰਘ ਕਿਸੇ ਤੋਂ ਨਹੀਂ ਡਰੇ, ਮਣੀ ਸਿੰਘ ਨੇ ਕਿਸੇ ਦਾ ਭੈ ਨਹੀਂ ਕੀਤਾ। ਜੋ ਹੁਕਮ ਸੀ ਉਹ ਜਿਹੜਾ ਦੱਸਿਆ, ਜਿੱਥੇ ਜਿੱਥੇ ਭੇਜਿਆ ਹੁਕਮ 'ਚ ਗਏ ਔਰ ਇੱਕ ਹੀ ਜਿਹੜਾ ਸੀ ਸੱਚਾ ਲਾਲ ਠਾਇਆ ਔਰ ਆਪਣੀ ਗੱਲ ਕਰਵਾ ਤੋਇਆ। ਗਿਣਤੀਆਂ ਦੀ ਕੋਈ ਸੰਖਿਆ ਦੀ ਕੋਈ ਕਹੀਏ ਕਿ ਉਹਨੂੰ ਬਹੁਤ ਗਿਣਤੀ ਦੇ ਨਾਲ ਹੀ ਸਤਿਸੰਗ ਆ। ਇੱਥੇ ਨੇਕ ਲੰਗ ਅਵਤਾਰ ਦੇ ਦਰ ਦਰਬਾਰ ਦੇ ਵਿੱਚ ਕੋਈ ਗਿਣਤੀ ਦੀ ਮਹੱਤਤਾ ਇੱਥੇ ਕੋਈ ਨਹੀਂ ਹੈ। ਕੋਈ ਨੀਵਾਂ ਨਿਮਾਣਾ ਹੋ ਕੇ ਜਿੱਥੇ ਆਪਾਂ ਬੈਠੇ ਹਾਂ, ਗੱਲ ਬਦਲ ਗਈ ਥੋੜੀ, ਜਿੱਥੋਂ ਚੱਲ ਰਹੇ ਸੀ ਜਕਾਰੇ ਤੋਂ, ਜਾਂ ਆਪਾਂ ਜਿੱਥੇ ਬੈਠੇ ਹਾਂ ਇਸ ਜਗ੍ਹਾ ਪਰ ਕਾਇਮ ਕੁਛ ਅਗਰ ਬਚਨ ਸਾਂਝੇ ਕਰਾਂਗੇ। ਨੇਕ ਲੰਗ ਨਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਕਵੀਸੇ ਦਾ ਦਰ ਘਰ ਹੈ ਸੱਚਾ, ਦਰ ਦਰਬਾਰ ਹੈ, ਚੌਵਾਂ ਵਰਨਾਂ ਦਾ ਦਵਾਰਾ ਹੈ, ਘਨਟਪੁਰੀ ਦੇ ਖੇਤ। ਨੇਕ ਲੰਗ ਨਰੈਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਵਤਾਰ ਕਵੀਸੇ ਦੇ ਚਰਨ ਕਮਲਾਂ ਦੀ ਸ਼ੋਅ ਹੈ ਔਰ ਜਰਰੇ ਜਰਰੇ ਦੇ ਉੱਪਰ ਚਰਨ ਕਮਲਾਂ ਦੀ ਸ਼ੋਅ ਹੈ। ਸਾਹਿਬਾਂ ਨੇ ਦੇਹ ਕਰਕੇ ਖੇਤੀ ਦਾ ਕੰਮ ਵੀ ਕੀਤਾ, ਜਿੱਥੇ ਦੇਹ ਕਰਕੇ ਜਿਹੜਾ ਜਗਤ ਦਾ ਵਿਹਾਰ ਸੀ ਉਹ ਵੀ ਕੀਤਾ, ਲੱਗਦਾ ਜਗਤ ਵਿਹਾਰ ਸੀ। ਲੇਕਿਨ ਸਾਹਿਬ ਜਦੋਂ ਖੁੰਡਾ ਵੀ ਘੁਮਾਉਂਦੇ ਸੀ ਤੇ ਦੋ ਜਹਾਨ ਡਰਦੇ ਸੀ ਸੱਚੇ ਪਾਤਸ਼ਾਹ ਦੇ
ਖੁੰਡੇ ਤੋਂ ਪੈ ਆਉਂਦਾ ਸੀ, ਦੋ ਜਹਾਨ ਚ ਖੁੰਡਾ ਪਾਉਂਦੇ ਸੀ। ਦੁਨਿਆਵੀ ਤੌਰ ਤੇ ਜਾਂ ਜਗਤ ਨੂੰ ਲੱਗਦਾ ਸੀ ਇਹ ਸ਼ਿਕਾਰ ਖੇਡਦੇ ਫਿਰਦੇ ਆ, ਇਹ ਤਾਂ ਸ਼ੇਰ ਸਿੰਘ ਕੁੱਤੇ ਬਿੱਲੇ ਮਾਰਨ ਵਾਲਾ ਇੱਕ ਸ਼ਿਕਾਰੀ ਆ। ਲੇਕਿਨ ਮਹਾਰਾਜ ਜੀ ਦੇ ਜਿਹੜੇ ਯੁੱਗਾਂ ਦੇ ਸਿੱਖ ਵਿਛੜੇ ਸੀ ਗਲਤੀਆਂ ਕਰਕੇ, ਉਹਨਾਂ ਨੂੰ ਲੱਭਦੇ ਫਿਰਦੇ ਸੀ, ਉਹਨਾਂ ਦੀ ਗਤੀ ਕਰਦੇ ਫਿਰਦੇ ਸੀ ਕਿ ਜਿਹੜੇ ਸਿੱਖ ਗਲਤੀਆਂ ਕਰਕੇ ਵਿਛੜ ਗਏ ਨੇ, ਦੂਰ ਹੋ ਗਏ ਨੇ, ਉਹਨਾਂ ਨੂੰ ਫੇਰ ਉਹਨਾਂ ਦਾ 84 ਕੱਟ ਕੇ ਸੱਚੇ ਪਾਤਸ਼ਾਹ ਜੀ ਨੇ ਫੇਰ ਮਨੁੱਖੀ ਜਾਮਾ ਭਗਤ ਦਾ ਉਹਨਾਂ ਨੂੰ ਦੇਣਾ ਸੀ ਔਰ ਉਹਨਾਂ ਨੂੰ ਕੱਢਣਾ ਸੀ। ਉਹਨਾਂ ਨੂੰ ਜਿਹੜੇ ਦਰਖਤ ਹਨ, ਸੱਚੇ ਪਾਤਸ਼ਾਹ ਕਿਹਾ ਕਿ ਦਰਖਤ ਨਹੀਂ ਚੱਲ ਕੇ ਆ ਸਕਦੇ ਮੇਰੇ ਕੋਲ, ਇਹ ਪੇੜ ਜਿਹੜੇ ਆ ਮੇਰੇ ਕੋਲ ਚੱਲ ਕੇ ਨਹੀਂ ਆ ਸਕਦੇ। ਜੀਵ ਤਾਂ ਜਿਹੜਾ ਚੱਲ ਕੇ ਮੇਰੇ ਦਰ ਦੁਆਰੇ ਤੇ ਆ ਜਾਊਗਾ, ਦਰਸ਼ਨ ਕਰ ਲਊਗਾ। ਇਸੇ ਕਰਕੇ ਹੀ ਸੱਚੇ ਪਾਤਸ਼ਾਹ ਜੰਗਲਾਂ ਦੇ ਜਿਹੜੇ ਰੁੱਖਾਂ ਨੂੰ ਵੀ ਤਾਰਨ ਵਾਸਤੇ ਸੱਚੇ ਪਾਤਸ਼ਾਹ ਉਹਨਾਂ ਥੱਲੇ ਬਹਿੰਦੇ ਸੀ ਜਦੋਂ ਸ਼ਿਕਾਰ ਖੇਡਣ। ਉਹਨਾਂ ਨੂੰ ਵੀ ਆਪ ਚੱਲ ਕੇ ਉਹਦੇ ਦਿਆਲੂ ਸੀ ਦਰਸ਼ਨ ਦਿੰਦੇ ਸੀ ਔਰ ਉਹਨਾਂ ਨੂੰ ਵੀ 84 ਚੋਂ ਕੱਢਿਆ, ਕਿਉਂਕਿ ਚਾਰ ਖਾਣੀਆਂ ਨੇ ਖੰਡੇ ਜਜੀਰ ਕੁਤਬਜ ਛੇਤਜ ਤੇ ਕੁਤਬਜ ਜਿਹਨੂੰ ਆਪਾਂ ਕਹਿੰਦੇ ਉਹਦੇ ਵਿੱਚ ਇਹ ਬਨਾਸਪਤੀ ਸਾਰੇ ਆਉਂਦੀ ਹੈ, ਸਾਰਿਆਂ ਦੇ ਵਿੱਚ ਇਲਾਵਾ ਸਰਬਤ ਸਰੂਪ ਦਾ ਮਹਾਰਾਜ ਸ਼ੇਰ ਸਿੰਘ ਦਾ। ਸੋ ਧੰਨ ਸਹਾਵਾਂ ਥਾਨ ਜਿੱਥੇ ਲੇਖ ਕਲੰਕ ਪੰਜਵੀਂ ਜੇਠ ਨੂੰ ਜਾਮਾ ਧਾਰਨ ਕੀਤਾ, ਜਿੱਥੇ ਪ੍ਰਭ ਦੇ ਧਾਰਨ ਕੀਤਾ। ਆਪਣਾ ਕਰਮ ਉਜਵਲ ਹੈ, ਜਨਮ ਉਜਵਲ ਹੈ ਔਰ ਆਪਾਂ ਨੂੰ ਧਰਮ ਸੱਚਾ ਸੱਚੇ ਪਾਤਸ਼ਾਹ ਦਿੱਤਾ ਹੈ, ਮਾਰਗ ਸੱਚਾ ਦਿੱਤਾ ਹੈ। ਆਪਾਂ ਨੂੰ ਨੇਕ ਕਲੰਕ ਅਵਤਾਰ ਦੇ ਦਰ ਘਰ ਦੀ ਸੋਝੀ ਹੈ ਤੇ ਆਪਾਂ ਇਸ ਦਰ ਦੁਆਰੇ ਤੇ ਆਉਣੇ ਹਾਂ। ਬਿਨਾਂ ਸੋਝੀ ਦੇ, ਬਿਨਾਂ ਲੇਖੇ ਦੇ ਇਸ ਦਰ ਘਰ ਦੇ ਵਿੱਚ, ਦਰ ਦੁਆਰੇ ਦੇ ਵਿੱਚ ਕੋਈ ਚਾਹ ਕੇ ਵੀ ਆ ਨਹੀਂ ਸਕਦਾ। ਸੰਗਤ ਦੇ ਵਿੱਚ ਐਸੇ ਵੀ ਸਿੱਖ ਹਨ ਜਿਹੜੇ ਆਏ ਵੀ ਇਸ ਖੇਡ ਦੇ ਵਿੱਚ ਦੇ ਵੀ ਛੱਡ ਗਏ। ਅੱਜ ਤਾਈਂ ਨਾ ਉਹਨਾਂ ਕਲਸੀਆਂ ਆ ਕੇ ਦਰਸ਼ਨ ਕੀਤਾ ਔਰ ਨਾ ਹੀ ਦਰ ਦੁਆਰੇ ਤੇ ਪਹੁੰਚੇ। ਆਏ ਵੀ ਚਲੇ ਵੀ ਗਏ ਔਰ ਇੱਥੇ ਪਹੁੰਚ ਨਹੀਂ ਸਕੇ, ਕਿਉਂਕਿ ਬਿਨ ਹੁਕਮ ਦੇ ਆਉਣਾ ਸੰਭਵ ਹੀ ਨਹੀਂ। ਸੋ ਬੜਾ ਤਰਸ ਹੈ ਸੱਚੇ ਪਾਤਸ਼ਾਹ ਦਾ। ਬਾਕੀ ਸੱਚ ਦਾ ਮਾਲਕ, ਸੱਤ ਦਾ ਮਾਲਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਇੱਕ ਹੈ ਜੋ ਸੱਚ ਦਾ ਮਾਲਕ ਹੈ, ਜਿਸ ਤੋਂ ਅਸੀਂ ਭਿਖਾਰੀ ਹੋ ਕੇ ਸੱਚ ਦੀ ਮੰਗ ਕਰ ਸਕਦੇ ਹਾਂ ਕਿ ਤੂੰ ਸੱਚ ਦਾ ਮਾਲਕ ਆ। ਇਹੀ ਦਤਾਰ ਹੈ, ਹੋਰ ਕੋਈ ਦਤਾਰ ਵੀ ਨਹੀਂ ਹੈ, ਕਿਉਂਕਿ ਸਤਿਗੁਰੂ ਸ਼ਬਦ ਨੇ ਵੀ ਕਿਹਾ ਕਿ ਮੈਂ ਵੀ ਤੇਰੇ ਤੋਂ ਹੀ ਅੱਗੇ ਮੰਗ ਕੇ ਵਰਤਾਉਣਾ। ਸਤਿਗੁਰੂ ਸ਼ਬਦ ਵੀ ਭਿਖਾਰੀ ਹੈ ਕਾਲ। ਸੋ ਇਹਨੂੰ ਆਪਾਂ ਅਗਰ ਲਿਖਤਾਂ ਨੂੰ ਸਮਝੀਏ ਔਰ ਮਿਲਣੀ ਦੀ ਜਿਹੜੀ ਗੱਲ ਹੈ, 17 ਹਾੜ ਨੂੰ ਜਨ ਭਗਤਾਂ ਦੀ ਮਿਲਣੀ 2012 ਵਿਕਰਮੀ 17 ਹਾੜ ਨੂੰ ਕਰ ਸੰਗਤ ਜੀਓ ਚੌਥੇ ਘਰ ਦੇ ਵਿੱਚ, ਨਿਜ ਘਰ ਦੇ ਵਿੱਚ, ਦਸਮ ਦੁਆਰੀ ਦੇ ਵਿੱਚ ਨੇਕ ਕਲੰਕ ਅਵਤਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਭਗਤਾਂ ਦੇ ਨਾਲ ਆਤਮ ਪਰਮਾਤਮ ਕਰਕੇ ਮੇਲਾ ਕਰ ਲਿਆ ਹੈ ਔਰ ਸਾਡੀ ਮਿਲਣੀ ਹੋ ਚੁੱਕੀ ਹੈ। ਆਤਮਾ ਕਰਕੇ ਅਗਰ ਅਸੀਂ ਇੱਕ ਹਾਂ, ਸਾਰੇ ਹੀ ਅਗਰ ਆਤਮਾ ਕਰਕੇ ਇੱਕ ਹਾਂ ਤੇ ਪਰਮਾਤਮਾ ਕਰਕੇ ਜੋ ਸਾਡਾ ਪਰਮਾਤਮਾ ਹੈ ਉਹ ਇੱਕ ਹੈ, ਉਹ ਨੇਕ ਕਲੰਕ ਅਵਤਾਰ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਹੈ, ਜੋ ਸਾਡੇ ਨਿਜ ਘਰ ਦੇ ਵਿੱਚ ਵੀ ਸਾਨੂੰ ਮਿਲਦਾ ਹੈ, ਜੋ ਅੰਦਰ ਵੀ ਹੈ ਬਾਹਰ ਵੀ ਹੈ। ਔਰ ਅਗਰ ਕੋਈ ਪੁੱਛੇ ਕਿ ਤੁਹਾਡੀ ਮਿਲਣੀ ਹੋਈ ਹੈ, ਕੀ ਤੁਸੀਂ ਇੱਕ ਦੇ ਇੱਕ ਬਣੇ ਹੋ ਜਾਂ ਤੁਹਾਨੂੰ ਮਹਾਨਤਾ ਹੈ ਕਿ ਤੁਹਾਡੀ ਮਿਲਣੀ ਹੋ ਚੁੱਕੀ ਹੈ, ਤਾਂ ਉਸ ਨੂੰ ਅਵශ්‍ය ਹੀ ਉਸ ਸਿੱਖ ਨੂੰ ਜਾਂ ਕੋਈ ਵੀ ਹੈ ਜੀਵ ਹੈ ਉਸ ਨੂੰ ਸ਼ਬਦ ਫੋਟੋ ਦੇ ਰਾਹੀਂ ਦੱਸ ਦਿਓ ਕਿ ਖੋਲੇ ਬੰਦ ਕੁਆੜੀ 17 ਹਾੜੀ ਦਰਸ਼ ਦਿਖਾਏ ਕੀਤੇ ਨੇ ਨਾ, ਕਿ ਅੱਗੇ ਤੇ ਦੇ ਕਰਕੇ ਦਰਸ਼ਨ ਕਰਦੇ ਰਹੇ। ਸਤਿਗੁਰੂ ਮਣੀ ਸਿੰਘ ਅਨੰਦ ਦੇ ਕੁਆੜ ਕੋਈ ਡਾਉਂਦੇ ਖੋਲਦਾ, ਪਰ ਜਿਹੜੀ ਗੁਰ ਸੰਗਤ ਸੀ ਜੀ ਸਾਰਿਆਂ ਨੂੰ ਇਕੱਠਿਆਂ ਕਰਕੇ ਸਰੀਰਕ ਰੂਪੀ ਪੰਜ ਤੱਤ ਜਾਮੇ ਨੂੰ ਖਤਮ ਕਰਕੇ ਇੱਕ ਜਾਮਾ ਰੱਖਿਆ, ਸਾਰਿਆਂ ਦਾ ਇੱਕ ਜਨਮ ਕਰ ਦਿੱਤਾ, ਜਨਮ ਦਿਹਾੜਾ। ਔਰ ਉਹ ਕਿਹੜਾ 17 ਹਾੜ ਦਾ ਆਪਣਾ ਜੋ ਹਰ ਸੰਤ ਦਾ ਜਨਮ ਦਿਹਾੜਾ ਹੈ, ਸਾਰਿਆਂ ਦਾ ਜੋ ਇੱਕ ਜਨਮ ਦਿਹਾੜਾ ਹੈ ਔਰ ਆਤਮਾ ਕਰਕੇ ਇੱਕ ਤੇ ਇੱਕ ਪਰਮਾਤਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਜੋ ਦਿੱਤਾ ਹੈ ਮਾਨ ਵਡਿਆਈ ਦਿੱਤੀ ਹੈ ਆਪਾਂ ਨੂੰ, ਉਹ ਜਨਮ ਦਿਹਾੜਾ ਜੋ ਹੈ ਹਰ ਸੰਤ ਦਾ 17 ਹਾੜ ਦਾ ਹੈ ਜੋ ਸਾਰਿਆਂ ਨੇ ਮਨਾਉਣਾ ਹੈ। ਉਸ ਦੇ ਵਿੱਚ 5 ਲਖਾਰੀ ਵੀ ਆ ਜਾਂਦੇ ਹਨ, ਬੇਸ਼ੱਕ 2 ਲਖਾਰੀ ਨਹੀਂ ਹਨ, 3 ਹਨ ਔਰ ਜਿਹੜੇ 3 ਹਨ ਇਹ ਵੀ ਵਿੱਚ ਹੀ ਆਉਂਦੇ ਹਨ। ਇਹ ਕੋਈ ਵੱਖਰੇ ਤੇ ਵਿਸ਼ੇਸ਼ ਇਹਨਾਂ ਚੋਂ ਵੀ ਕਿਸੇ ਨੂੰ ਜਨਮ ਦਿਹਾੜੇ ਮਨਾਉਣ ਦਾ ਕੋਈ ਵੀ ਅਧਿਕਾਰ ਲਿਖਤੀ ਨਹੀਂ ਹੈ। ਸਾਰੀ ਸੰਗਤ ਬਰੋਬਰ ਹੈ, ਇੱਕੋ ਰੂਪ ਹੈ, ਇੱਕੋ ਦਰਜਾ ਹੈ ਭਗਤ ਦਾ। ਔਰ ਸਾਰਿਆਂ ਭਗਤਾਂ ਦਾ ਜੋ ਜਨਮ ਦਿਹਾੜਾ ਰੱਖਿਆ ਹੈ ਉਹ 17 ਹਾੜ ਦਾ ਰੱਖਿਆ ਹੈ, ਇਸੇ ਨੂੰ ਹੀ ਮਨਾਉਣਾ ਹੈ ਔਰ ਇਸੇ ਨੂੰ ਹੀ 4 ਯੁੱਗ ਵਡਿਆਈ ਹੈ। 17 ਹਾੜ ਦੀ ਹੀ 4 ਯੁੱਗ ਤੱਕ ਪੂਜਾ ਹੋਣੀ ਹੈ।
ਇਸ ਦੇ ਤੁਲ ਦੂਜਾ ਕੋਈ ਵੀ ਜਨਮ ਦਿਹਾੜੇ ਵਾਲਾ ਦਿਨ ਦਿਵਸ ਨਹੀਂ ਹੋਣਾ। ਪੰਜਵੀਂ ਜੇਠ ਦੀ ਅਗਰ ਗੱਲ ਕਰੀਏ, ਮੈਂ ਅਕਸਰ ਸੁਣਦਾ ਰਹਿਣਾ, ਬਸ 5-7 ਮਿੰਟ में बोले, ਅਕਸਰ ਸੁਣਦਾ ਰਹਿਣਾ ਕਿ 2 ਜਾਮਿਆਂ ਦੀ ਗੱਲ ਚੱਲਣੀ ਹੈ ਗ੍ਰੰਥ ਚ, ਜੇ ਕਿਸੇ ਦਾ ਵੇਰਵਾ ਨਹੀਂ, ਅਧੂਰੀ ਬਾਣੀ ਪੜ੍ਹੀ ਜਾਂਦੀ ਹੈ। ਅਧੂਰੀ ਗੱਲ ਹੈ ਜਕਾਰੇ ਦੀ ਤਰ੍ਹਾਂ, ਇਹ ਵੀ ਅਧੂਰੀ ਗੱਲ ਹੈ। ਗ੍ਰੰਥ ਦਾ ਪ੍ਰਮਾਣ ਹੈ ਲਿਖਤੀ, ਬਿਨ ਗੁਰ ਕੋਈ ਨਾ ਮਨਾਵੇ ਪੰਜਵੀਂ ਜੇਠ। ਇਹ ਪੰਜਵੀਂ ਜੇਠ ਦਾ ਜੋ ਦਿਵਸ ਦਿਹਾੜਾ ਹੈ ਆਉਣਾ ਹੈ ਹੁਣ, ਔਰ ਚੇਤ ਦੇ ਬਾਅਦ ਵਿਸਾਖ ਤੇ ਫਿਰ ਅੱਗੇ ਜੇਠ ਮਹੀਨਾ ਤਿਆਰ ਹੈ। ਜੇਠ ਚੜ੍ਹਨ ਵਾਲਾ ਹੈ, ਬਸ ਵਿੱਚ ਮਹੀਨਾ ਵਿਸਾਖ ਦਾ, ਚੇਤ ਤੇ ਚੜ੍ਹ ਗਿਆ, ਚੇਤ ਗਿਆ ਤੇ ਵਿਸਾਖ, ਵਿਸਾਖ ਬਾਅਦ ਜੇਠ ਆ ਗਿਆ। ਪੰਜਵੀਂ ਜੇਠ ਨੂੰ ਅਸੀਂ ਆਪਣੇ ਗੁਰੂ ਦਾ ਗੁਰਪੁਰਬ ਦਿਹਾੜਾ ਮਨਾਉਣਾ ਹੈ। ਘਵਿੰਡ ਦੀ ਧਰਤੀ ਤੇ ਇਹ ਗ੍ਰੰਥਾਂ ਦੀ ਹੋਂਦ ਤੋਂ ਪਹਿਲਾਂ ਜਦੋਂ ਮਹਾਰਾਜ ਜੀ ਦੇਹ ਕਰਕੇ ਸਾਨੂੰ, ਉਦੋਂ ਹੀ ਜਨਮ ਦਿਹਾੜਾ ਸੱਚੇ ਪਾਤਸ਼ਾਹ ਨੇ ਚਾਲੂ ਕੀਤਾ ਮਨਾਉਣਾ। ਸੰਗਤਾਂ ਗੁਰਪੁਰਬ ਤੇ ਜਨਮ ਦਿਹਾੜੇ ਤੇ ਹੋਮ ਹਮਾ ਕੇ ਪਹੁੰਚਦੀਆਂ ਸੀ ਕਣਕਪੁਰੀ ਦੀ ਧਰਤੀ ਦੇ ਉੱਪਰ। ਪੰਜਵੀਂ ਜੇਠ ਨੂੰ ਜਨਮ ਦਿਹਾੜਾ ਹੈ ਸਾਡੇ ਗੁਰੂ ਦਾ, ਪੂਰੇ ਗੁਰੂ ਦਾ, ਬਿਨ ਗੁਰ ਕੋਈ ਨਾ ਮਨਾਵੇ ਪੰਜਵੀਂ ਜੇਠ। ਔਰ ਫਿਰ ਇਸੇ ਦਿਵਸ ਦੇ ਉੱਪਰ ਸ਼ਬਦ ਸੁਰਤ ਨੂੰ ਲਿਆਂਦਾ ਗਿਆ 27 ਚੱਕ ਦੇ ਵਿੱਚ, ਪੰਜਵੀਂ ਜੇਠ ਦਾ ਦਿਨ, ਔਰ ਸਵੇਰੇ 10:30 ਵਜੇ 18 ਮਈ ਤਰੀਕ ਮੰਗਲਵਾਰ 1914 ਜਿਹੜਾ ਉਹ ਈਸਵੀ ਚੱਲਦੀ ਆ, 1891 ਈਸਵੀ ਚੱਲਦੀ ਆ। ਨੇਕ ਕਲੰਕ ਅਵਤਾਰ ਦਾ ਪ੍ਰਗਟਾਵਾ ਔਰ ਸ਼ਬਦ ਸੁਰਤ ਦਾ ਜਾਮਾ ਜੋ ਚੱਲਦਾ ਹੈ ਮਹਾਰਾਜ ਪੂਰਨ ਸਿੰਘ ਜੀ ਦਾ, ਉਹ 1914 ਈਸਵੀ ਚੱਲਦੀ ਹੈ। ਸਾਡੇ ਸਿੱਖ ਇੱਥੇ ਹੀ ਬੰਦ ਕਰਦੇ ਹਨ ਕਿ ਦੋਵਾਂ ਦੇ ਬਾਅਦ ਤੀਜੇ ਕਿਸੇ ਸਰੀਰ ਦਾ, ਤੀਜੇ ਕਿਸੇ ਦਾ ਲਿਖਤੀ ਕੋਈ ਬਾਣੀ ਦੇ ਵਿੱਚ ਪ੍ਰਮਾਣ ਨਹੀਂਗਾ। ਇਹਨਾਂ ਦੋਵਾਂ ਤੋਂ ਬਿਨਾਂ ਹੋਰ ਕਿਸੇ ਦੀ ਗੱਲ ਨਹੀਂ। ਲੇਕਿਨ ਇਹ ਜਕਾਰੇ ਦੀ ਤਰ੍ਹਾਂ ਹੀ ਅਧੂਰੀ ਗੱਲ ਹੈ। ਜਕਾਰੇ ਦੇ ਤਰ੍ਹਾਂ ਹੀ ਇਹ ਅਧੂਰੀ ਗੱਲ ਹੈ, ਇੱਥੇ ਨਹੀਂ ਗੱਲ ਮੁੱਕਦੀ। ਅਸੀਂ ਤਾਂ ਉਹਦੀ ਗੱਲ ਕਰਨੀ ਹੈ ਜੋ ਸਾਹਿਬ ਨੇ ਸਾਨੂੰ ਗ੍ਰੰਥ 'ਚ ਦੱਸਿਆ। ਜਦ ਸੱਚੇ ਪਾਤਸ਼ਾਹ ਨੇ ਕਿਹਾ ਕਿ ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ ਕੇ ਪ੍ਰਗਟਾਵਾ ਦੱਸ ਰਹੇ ਨੇ ਸੱਚੇ ਪਾਤਸ਼ਾਹ। ਪੰਚਮ ਦੀਪ ਜਗੇ ਜਗਤਾਰ, ਪੰਚਮ ਜੇਠ ਲਏ ਅਵਤਾਰ। ਘਵਿੰਡ ਦੇ ਵਿੱਚ ਨੇਕ ਕਲੰਕ ਅਵਤਾਰ ਨੇ ਕਣਕਪੁਰੀ ਦੀ ਧਰਤੀ ਦੇ ਪੰਜਵੀਂ ਜੇਠ ਨੂੰ ਜਾਮਾ ਧਾਰਨ ਕੀਤਾ। 18 ਮਈ ਤਰੀਕ ਸੀ, ਦਿਨ ਮੰਗਲਵਾਰ 10:30 ਵਜੇ ਰਾਤ ਨੂੰ ਸੀ ਜਾਮਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦਾ। ਫਿਰ ਉਸੇ ਦਿਵਸ ਦੇ ਉੱਪਰ ਮਹਾਰਾਜ ਪੂਰਨ ਸਿੰਘ ਜੀ ਆਏ ਔਰ ਦਿਨ ਦਾ ਜਾਮਾ ਸੀ। ਇੱਥੇ ਗੱਲ ਨਹੀਂ ਮੁੱਕਦੀ ਬਾਣੀ ਦੇ ਨਾਲ, ਜੇ ਅਸੀਂ ਗ੍ਰੰਥ ਨਾਲ ਗੱਲ ਕਰਨੀ ਆ। ਇੱਥੇ ਤਾਂ ਫਿਰ ਤੀਜੀ ਗੱਲ ਅੱਗੇ ਚੱਲ ਰਹੀ ਆ। ਦੋਵਾਂ ਦੇ ਬਾਅਦ ਫਿਰ ਤੀਜਾ ਨਾਮ ਆ ਰਿਹਾ ਕਿ ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ ਕੇ 7 ਦੀਪਾਂ ਦਾ ਮਾਣ ਦਵਾ ਕੇ। ਫਿਰ ਅੱਗੇ ਲਿਖਤ ਚੱਲਦੀ ਆ ਪੰਚਮ ਦੀਪ ਜਗੀ ਜਗਤਾਰ, ਪੰਚਮ ਜੇਠ ਲਏ ਅਵਤਾਰ। ਫਿਰ ਲਿਖਤ ਚੱਲਦੀ ਆ ਪੂਰਨ ਗੁਰ ਹੋਇਆ ਜਗਤਾਰ, ਹੱਥ ਜੋੜ ਕਰੋ ਨਿਮਸਕਾਰ। ਗੱਲ ਤਾਂ ਤਿੰਨਾਂ ਦੀ ਚੱਲ ਰਹੀ ਆ ਬਾਣੀ ਦੇ ਵਿੱਚ, ਗ੍ਰੰਥ ਦੇ ਵਿੱਚ। ਸਾਡੇ ਬੁਲਾਰੇ ਜਿੱਥੇ ਵੀ ਅਧੂਰੀ ਗੱਲ ਕਰੀ ਜਾਂਦੇ ਆ, ਜਕਾਰੇ ਦੀ ਵੀ ਅਧੂਰੀ ਗੱਲ ਕਰੀ ਜਾਂਦੇ ਨੇ। ਜਾਂ ਨਾ ਮੰਨੇ ਕੋਈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗ੍ਰੰਥ ਵਿੱਚ ਦਰਜ ਆ, ਨਾ ਮੰਨਣ ਵਾਲੇ ਵੀ ਅਗਰ ਇਸ ਬਾਣੀ ਨੂੰ ਪੜ੍ਹਨਗੇ ਤੇ ਉਹਨਾਂ ਦੇ ਮੁਖ ਚੋਂ ਵੀ ਨਿਕਲਣਾ ਹੈ ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ। ਅਗਰ ਨਾ ਮੰਨਣ ਵਾਲੇ ਵੀ ਉਹਨਾਂ ਦੇ ਅੱਗੇ ਲਿਖਤ ਕਰ ਦੇਈਏ ਕਿ ਇਹਨੂੰ ਪੜ੍ਹ ਦਿਓ ਤੇ ਉਹਨਾਂ ਦੇ ਮੂੰਹੋਂ ਕੀ ਨਿਕਲੂਗਾ? ਚਾਹੇ ਉਹ ਗੱਲ ਨਹੀਂ ਕਰਨਾ ਚਾਹੁੰਦੇ ਸਾਡੇ ਬੁਲਾਰੇ, ਉਹ ਮਹਾਰਾਜ ਪੂਰਨ ਸਿੰਘ ਜੀ ਤੇ ਗੱਲ ਖਤਮ ਕਰਨਾ ਚਾਹੁੰਦੇ, ਲੇਕਿਨ ਗ੍ਰੰਥ ਦੇ ਵਿੱਚ ਜਦ ਉਹ ਵੀ ਇਹ ਲਿਖਤ ਪੜ੍ਹਨਗੇ ਤੇ ਉਹਨਾਂ ਦੇ ਮੁਖ ਚੋਂ ਕੀ ਨਿਕਲੂ? ਪੰਜਵੀਂ ਜੇਠ ਨੂੰ ਜਗਤਾਰ ਪ੍ਰਗਟਾ, 7 ਦੀਪਾਂ ਦਾ ਮਾਣ ਦਵਾ ਕੇ। ਫਿਰ ਅੱਗੇ ਜਦ ਪੜ੍ਹਨਗੇ ਪੰਚਮ ਦੀਪ ਜਗੇ ਜਗਤਾਰ, ਪੰਚਮ ਜੇਠ ਲਏ ਅਵਤਾਰ, ਅਵਤਾਰ ਧਾਰਨ ਕੀਤਾ ਹੈ। ਪਿੰਡ ਕਲਸੀਆਂ ਸੱਚਖੰਡ ਬਣਾਇਆ, ਪੰਜਵੀਂ ਜੇਠ ਨੂੰ ਕਲਸੀ ਖੇਲ ਰਚਾਏ। ਪੰਜਵੀਂ ਜੇਠ ਨੂੰ ਕਲਸੀ ਕੀ ਖੇਲ ਰਚਿਆ ਗਿਆ ਸੀ? ਪੰਜਵੀਂ ਜੇਠ ਨੂੰ ਕਲਸੀ ਕੀ ਖੇਲ ਰਚਿਆ ਗਿਆ ਸੀ? ਇਹੀ ਰਚਿਆ ਗਿਆ ਸੀ ਜਿਹੜਾ ਜਾਮਾ ਸੀ ਮਹਾਰਾਜ ਜਗਤਾਰ ਸਿੰਘ ਦਾ, ਚਿੱਠੀਆਂ ਦੇ ਉੱਪਰ ਪਹਿਲਾਂ ਹੀ ਦਰਜਿਆ ਸਾਰਾ ਕੁਝ, ਇੱਥੇ ਹੀ ਬਸ ਨਹੀਂ। ਜਦ ਜਾਮਾ ਹੋਇਆ ਉਹਦੇ ਬਾਅਦ ਮਹਾਰਾਜ ਪੂਰਨ ਸਿੰਘ ਜੀ ਨੇ ਪੱਤਰ ਲਿਖਿਆ ਕਿ ਜੋ ਜੋ ਹੁਕਮ ਅਨੁਸਾਰ ਹੋਇਆ ਉਹ ਜਿਹੜਾ ਦੱਸ ਦੇਣਾ ਕਿ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਕਿਹਾ ਸੀ ਉਦਾਂ ਹੀ ਹੋਇਆ, ਸਾਰਾ ਕੁਝ ਉਦਾਂ ਹੀ ਹੋਇਆ। ਫਿਰ ਮਹਾਰਾਜ ਪੂਰਨ ਸਿੰਘ ਨੇ ਵਧਾਈ ਲਿਖ ਕੇ ਭੇਜੀ ਸੀ ਕਿ ਸੱਚੇ ਪਾਤਸ਼ਾਹ ਨੇ ਕੀ ਲਿਖਿਆ ਸੀ ਪੱਤਰ ਦੇ ਉੱਪਰ? ਸੱਚੇ ਪਾਤਸ਼ਾਹ ਨੇ ਪੰਜਵੀਂ ਜੇਠ ਨੂੰ ਬੇਬੇ ਬੰਸਲ ਨੂੰ ਆਪਣਾ ਆਪ ਦੇ ਦਿੱਤਾ ਹੈ।
सच्चे पातशाह किस नूं क्या महाराज पूर्ण सिंह जी ने चिट्ठी के उपर सच्चे पातशाह उन्होंने महाराज शेर सिंह विष्णु भगवान अवतार जमी नेक नंदरों कहा गया और उन्होंने बारे कहा गया कि सच्चे पातशाह ने बेबे बंसो नूं पंजवीं जेठ नूं अपना आप दे दिता। सो ग्रंथ की गल है जी, ग्रंथ नाल ही गल करनी है तो फिर ग्रंथां दे विच दर्ज है। सो दो दिहाड़े पंजवीं जेठ साडे गुरु का दिहाड़ा गुरपुरब है जो असीं मनाउणा, असीं तां मनाउने आ तिन्हां दा, मनाउंदे आ रहे हैं, मनाउंदे रवांगे ते इह मनौत हुंदी रहणी। आउण वाले भी ग्रंथ पढ़नगे और जदों पढ़नगे कि अवतार किस नूं कहा जांदा, अवतार कौन लैंदा, अवतार परमात्मा की ताकत ही लैंदी है। ते महाराज कहते मेरे तो बिना अवतार कोई होर लैंदा ही नहीं है। दूजी गल महाराज कहते मेरे दिन के उपर होर कोई आ ही नहीं सकता। चार युग दे विच अनेकां जन्म होणगे, बच्चे जम्मणगे, अनेकां बच्चे जम्मणे मल मूत्र वाले, लेकिन सतगुरु के दिहाड़े के उपर उदा ही दिन, उही वार, उही टाइम, उही तरीक किसी का नहीं रहना, अगे पिछे होंगे। क्योंकि पातशाह लिखती दस दिता कि मेरे इस दिन के उपर पंजवीं जेठ के उपर कोई होर नहीं आ सकता। महाराज पूर्ण सिंह जी क्यों लियाना होया उन्होंने, महाराज जी ने कहा जेठा महीना चुनिया मैं, थोड़ा टाइम होर लगना है, 2 दिनों के बहुत भुलेखा पाया जा रहा है, अधूरी गल की जा रही है। महाराज जी ने कहा कि जेठा महीना चुनिया मैं, जेठ का महीना 12 महीनों को बड़ा महीना गिनिया गया ते वड्डे ने आना सी महाराज शेर सिंह विष्णु भगवान ने सब तो वड्डे ने आना सी, जेठ का महीना चुनिया और जेठ महीने नूं भाग लाया। फिर महाराज जी कहते मेरा जेठा सुत जिहड़ा शब्द आ, गुरमुखो तुसीं मेरे सिख जी सुत जी, भगत जां मेरे सुत जी, दलारी जी, लेकिन जिहड़ा जेठा सुत आ मेरा सब तो पहला जिहड़ा सुत आ जेठा है, सब तो वड्डा सुत मेरा जिहड़ा वो शब्द आ। ते मैं इसे करके जेठ के महीने दे विच अपने जेठे सुत नूं 27 ਚੱਕ लायलपुर जिला 27 ਚੱਕ पिंड दे विच जामा दवाया, अपने दिन के उपर मैं लैके आई ते वो इस दिन के उपर कौन आ सकता, महाराज शेर सिंह जी दे बिना कोई भी नहीं आ सकता। सतगुर शब्द नूं लियांदा महाराज शेर सिंह जी ने हुक्म च लियांदा, ये भी चिट्ठियां दे विच सारा हुक्म दे विच होया। बेबे होना दे नाल जेहड़े भजन होए कि बंसो सानू लै गई आ खिच के, मोते दा ते बंसो दा प्यार इन्ना कि संगते सानू खिच के लै गए आ, खिच के लै गए ने कि वो सारे वचन झूठे ने जो ग्रंथां दे विच जेहड़े जो स्वरूप वचन जेहड़े होए ने उन्हां नूं किदां वेखांगे। अधूरी गल आ, थोड़ी गल आ, अधूरी गल जिहड़ी आ सिੱਖ करदे आ। कोई हो सकदा कि जिहड़ा स्वार्थ होवे इहदे विच, पर मेरा कोई स्वार्थ नहीं गा और ना कोई मेरा निजी ये स्वार्थ है, ना मैं कहां कि मैनूं निजी कोई जरूरत है कि जो सच्चाई आ वो ग्रंथां दे विच दर्ज आ और बयान है सारी ओही बोलनी आ। महाराज जगतार सिंह ने भी कहा सी कलाकारी जा तैनूं खुली छुट्टी आ, जिन्ना मर्जी झूठ बोलदा फिर, पर असीं पैसे करके संगत झूठ नहीं बोलना, असीं नहीं बोलना झूठ, सानूं कोई लोड़ नहीं संगत दे विच झूठ बोलण कि असीं कोई जायदादां बदले झूठ बोलना। ते एक लखारी नूं तुहानूं सारिआं नूं पता ही आ, उन्होंने छुट्टी भी दित्ती सी ते ऐसी छुट्टी दित्ती आ कि हुण संभलिआ ही नहीं जाए, इन्ना झूठ बोलिया गया और ऐसी छुट्टी दित्ती। आपे ही गल करदे आ, आपे कट दिंदे, आपे ही गल करी जांदे, आपे कट्टी जांदे, आपे ही गल करनी, आपे कट दिंदे, पता ही नहीं लगता कि बोलना की आ, गल कित्थे नबेड़नी आ, कित्थों शुरू करनी है। जिस पार ब्रह्म की गल करदे आ बलारे, जिस नेक लंक की गल करदे आ, लेने देने की गल करते हैं। महाराज शेर सिंह विष्णु भगवान कह रहे मैं ही दिना दिना दिता ज्योति जामा धारण करके जो स्वरूप हो, और मैं ही पार ब्रह्म प्रभ खेल रचाया, कनकपुरी विच जामा पाया, पार ब्रह्म प्रभ खेल रचाया, 52 साल दे करके रहे, ईश्वर ईश्वर ज्योत जगत में आए, महाराज शेर सिंह नाम रखाया। अगर ईश्वर की गल करते हैं सच्चे पातशाह कहते ईश्वर ज्योत जगत में आए, महाराज शेर सिंह विष्णु भगवान नाम रखाया। सिर्फ एक भरम से भुलेखा है। मैं जिथे समाप्ति करनी चाहना हाँ, जलोए तो लैके संघासन तो लैके सतरंग निशान तो लैके बाणी तो लैके इस धरनी लैके
ਔਰ ਆਪਾਂ ਔਰ ਆਪਾਂ ਨੂੰ ਇਹ ਪੰਜ ਤੱਤ ਜਿਹੜੀ ਦੇਹ ਮਿਲੀ ਹੈ, ਪੰਜ ਤੱਤ ਵੀ ਜਿਹੜੇ ਹਨ, ਜਿਤਨੀ ਵੀ ਰਚਨਾ, ਜਿੰਨੀ ਵੀ ਸਾਰੀ ਜੋ ਵੀ ਰਚਨਾ ਹੈ ਦੋ ਜਹਾਨ ਦੀ, ਇਹ ਭਗਤ ਦਵਾਰ ਆ। ਔਰ ਚਬਰ ਨੇ ਜਿਹੜੇ ਕਰ ਰਹੇ ਨੇ ਭਗਤ ਜਨ ਸਾਡੇ, ਇਹ ਚਬਰ ਵੀ ਬੋਲਦੇ ਆ, ਸਿੰਘਾਸਨ ਵੀ ਬੋਲਦਾ, ਔਰ ਸੱਤ ਰੰਗ ਨਿਸ਼ਾਨ ਆ, ਬਾਣੀ ਆ, ਜੋ ਵੀ ਤੁਸੀਂ ਦੇਖਦੇ ਜੀ ਚੰਦੋਆ ਆਪਾਂ ਭਗਤ ਜਾਣੇ ਆ। ਇਹ ਧਰਨੀਆਂ ਦੇ ਜੀ ਉੱਪਰ ਬੈਠੇ, ਆਕਾਸ਼ ਵਾਲਾ ਵੇਖੋ, ਧਰਨੀ ਤੇ ਵੇਖੋ, ਸਾਰਿਆਂ ਨੇ ਇੱਕ ਇਸ਼ਟ ਮੰਨਿਆ ਜੀ। ਜਿੱਥੇ ਮੈਂ ਗੱਲ ਮੁਕਾਉਣੀ ਚਾਹੁੰਦਾ ਕਿ ਇੱਕ ਇਸ਼ਟ ਸਾਰਿਆਂ ਨੇ ਮੰਨਿਆ, ਔਰ ਇੱਕ ਇਸ਼ਟ ਮੰਨਿਆ ਨਿਹ ਕਲੰਕ ਅਵਤਾਰ 24, ਔਰ ਇੱਕ ਨਿਹ ਕਲੰਕ ਅਵਤਾਰ 24 ਦੇ ਚਰਨ ਕਮਲਾਂ ਦੇ ਵਿੱਚ ਸਜਦਾ ਤੇ ਨਿਮਸ਼ਕਾਰਾਂ ਕੀਤੀਆਂ। ਔਰ ਆਪਾਂ ਸਾਰਿਆਂ ਨੇ ਭਗਤ ਜਨਾਂ ਨੇ ਨੇਕ ਕਲੰਕ ਅਵਤਾਰ 24 ਦਾ ਇਸ਼ਟ ਰੱਖਣਾ, ਕਿਉਂਕਿ ਸੱਚਾ ਇਸ਼ਟ ਨੇਕ ਕਲੰਕ ਅਵਤਾਰ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਦੋਨਾਂ ਸਰੂਪਾਂ ਦਾ ਸਤਿਕਾਰ ਆਪਾਂ ਕਰ ਰਹੇ ਹਾਂ, ਕਰਦੇ ਰਹਿਣਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਸਰੂਪ ਦਾ ਸਤਿਕਾਰ ਕਰਨਾ, ਮਹਾਰਾਜ ਗੋਬਿੰਦ ਸਿੰਘ ਜੀ ਦੇ ਸਰੂਪ ਦਾ ਸਤਿਕਾਰ ਕਰਨਾ। ਸਤਿਗੁਰੂ ਮਣੀ ਸਿੰਘ ਜੀ ਸਤਿਗੁਰੂ ਹਨ, ਸਤਿਗੁਰੂ ਰਹਿਣੇ ਹਨ, ਸਤਿਗੁਰੂ ਦਾ ਦਰਜਾ ਹੈ, ਔਰ ਉਹ ਦਰਜਾ ਜਿਹੜਾ ਹੈ, ਉਹ ਵਡਿਆਈ ਜਿਹੜੀ ਹੈ, ਉਹਨੂੰ ਕੋਈ ਖਤਮ ਕਰਨ ਵਾਲਾ ਨਹੀਂ ਹੈ। ਮਹਾਰਾਜ ਮਤਾਬ ਸਿੰਘ ਜੀ ਆ, ਉਹ ਸਾਡੇ ਉਹ ਸਤਿਗੁਰੂ ਨੇ, ਦਰਜਾ ਹੈ, ਅਸੀਂ ਉਹਨਾਂ ਨੂੰ ਇਸ ਤਰ੍ਹਾਂ ਮੰਨਦੇ ਹਾਂ, ਮੰਨਣਾ ਹੈ। ਮਹਾਰਾਜ ਜਗਤਾਰ ਸਿੰਘ ਜੀ, ਉਹਨਾਂ ਨੂੰ ਕੋਈ ਬਾਬਾ ਜੀ ਕਵੇ, ਕੋਈ ਵੀਰ ਕਵੇ, ਕੋਈ ਭਰਾ ਕਵੇ, ਆਪੋ ਆਪਣਾ ਨਾਤਾ ਹੈ। ਜਿਸ ਨੂੰ ਜਿੰਨਾ ਪਤਾ ਹੈ, ਜਿਸ ਹਿਸਾਬ ਨਾਲ ਜਿਹੜਾ ਮੰਨਦਾ ਹੈ, ਉਹ ਉਹਨੇ ਆਪਣੇ ਹਿਸਾਬ ਨਾਲ ਮੰਨਣਾ ਹੈ। ਮੇਰੀ ਮਨੌਤ ਜਿਹੜੀ ਹੈ ਮੇਰੇ ਹਿਸਾਬ ਨਾਲ ਹੈ ਕਿ ਮੈਂ ਕਿੱਦਾਂ ਮੰਨਦਾ ਹਾਂ, ਆਪੋ ਆਪਣੀ ਮਨੌਤ ਹੈ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਬਾਰੇ ਕਿਸੇ ਦੀ ਕਿਸ ਤਰ੍ਹਾਂ ਦੀ ਮਨੌਤ ਹੈ, ਕੋਈ ਮੰਨਦਾ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੂੰ, ਕੋਈ ਨਹੀਂ ਮੰਨਦਾ, ਕੋਈ ਕਹਿੰਦੇ ਅਸੀਂ ਨਹੀਂ ਮੰਨਦੇ, ਤੇ ਆਪੋ ਆਪਣੀ ਮਨੌਤ ਹੈ ਜੀ। ਔਰ ਕੋਈ ਮਹਾਰਾਜ ਪੂਰਨ ਸਿੰਘ ਜੀ ਨੂੰ ਕਿੱਦਾਂ ਮੰਨਦਾ ਹੈ, ਸਤਿਗੁਰੂ ਬਾਬਾ ਮਣੀ ਸਿੰਘ ਨੂੰ ਕਿੱਦਾਂ ਮੰਨਦਾ ਹੈ, ਮਹਾਰਾਜ ਮਹਿਤਾਬ ਸਿੰਘ ਨੂੰ ਕਿੱਦਾਂ ਮੰਨਦਾ ਹੈ, ਮਹਾਰਾਜ ਜਗਤਾਰ ਸਿੰਘ ਨੂੰ ਕਿੱਦਾਂ ਮੰਨਦਾ ਹੈ। ਹਰ ਇੱਕ ਦੀ ਆਪੋ ਆਪਣੀ ਮਨੌਤ ਹੈ, ਔਰ ਆਪੋ ਆਪਣੇ ਤਰੀਕੇ ਨਾਲ, ਢੰਗ ਨਾਲ ਮੰਨ ਰਿਹਾ। ਅਗਰ ਆਪਾਂ ਗੁਰ ਸ਼ਬਦ ਨਾਲ ਗੱਲ ਕਰੀਏ ਤੇ ਫਿਰ ਤੇ ਕਹਿ ਹੀ ਦਿੱਤਾ ਮਹਾਰਾਜ ਨੇ ਕਿ ਸੱਚੇ ਪਾਤਸ਼ਾਹ ਨੇ ਬੇਬੇ ਬੰਸੋ ਨੂੰ ਆਪਣਾ ਦੇ ਦਿੱਤਾ। ਗ੍ਰੰਥਾਂ ਦੇ ਵਿੱਚ ਦਰਜ ਹੋ ਗਈ ਆ ਲਿਖਤੀ ਵਰਨਾ ਹੈ, ਉਹ ਰਹਿਣ ਵਾਲਾ ਹੈ, ਰਹਿਣਾ ਹੈ। ਸੋ ਨੇਕ ਕਲੰਕ ਨਿਰਗੁਣ ਵੀਆਂ, ਸਰਗੁਣ ਵੀਆਂ, ਸਰਗੁਣ ਤੋਂ ਨਿਰਗੁਣ ਵੀਆਂ, ਬੀਸ ਅਤੀਸਾ ਹਰ ਜਗਦੀਸ਼ਾ, 24 ਅਵਤਾਰ ਆ, ਕੁਛ ਸਿੱਖ ਵਿਚਾਰ ਰੱਖਦੇ ਆ ਕਿ ਸਿਪਰਾ ਸਮਰੱਥ ਆ, ਸਿਪਰਾ ਧਾਰ ਹੀ ਕਾਲ ਪੁਰਖਿਆ। ਪਰ ਸੱਚੇ ਪਾਤਸ਼ਾਹ ਦੇ ਕਹਿ ਰਹੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿਪਰਾ ਵੀ ਮੇਰੀ ਖੇਲ ਆ, ਦੋ ਵੀ ਮੇਰੀ ਆ, ਇੱਕ ਵੀ ਮੈਂ। ਸਿਪਰਿਓ ਇੱਕ, ਇੱਕ ਤੋਂ ਦੋ, ਦੋ ਤੋਂ ਸਿਫਰ ਰੂਪ, ਪਰ ਇਹ ਸਾਰੇ ਅੰਗ ਬਦਲਣ ਵਾਲਾ ਕੌਣ ਹੈ, ਕਿਹੜੀ ਸਮਰੱਥ ਤਾਕਤ ਆ? ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੀ ਖੇਲ ਆਪ ਸਾਰੀ ਖੇਲੀ। ਸਿਫਰਿਓ ਇੱਕ, ਇੱਕ ਤੋਂ ਦੋ, ਔਰ ਦੋ ਤੋਂ ਫਿਰ ਸਿਫਰ। ਸੋ ਸੱਚੇ ਪਾਤਸ਼ਾਹ ਦਾ ਦਰਸ਼ਨ ਦਰਲਾਭਿਆ, ਦਰਸ਼ਨ ਮੰਗੋ, ਚਰਨ ਪ੍ਰੀਤੀ ਮੰਗੋ, ਨਾਮ ਦੀ ਦਾਤ ਜਿਹੜੀ ਦਿੱਤੀ ਆ, ਦਇਆ ਮੇਰ ਮੰਗੋ ਕਿ ਸਾਡੇ ਤੇ ਕਿਰਪਾ ਕਰ, ਔਰ ਅਸੀਂ ਇਸ ਨਾਮ ਨੂੰ ਤੇਰੇ ਨੂੰ ਰਾਧ ਵੀ ਸਕੀਏ, ਸਵਾਸ ਸਵਾਸ ਧਿਆ ਵੀ ਸਕੀਏ। ਸੋ ਮੈਂ ਇੱਥੇ ਹੀ ਸਮਾਪਤੀ ਕਰਾਂਗਾ ਕਿ ਇਹ ਕੁਛ ਮੋਟੇ ਮੋਟੇ ਬਚਨ ਮੈਂ ਅੱਜ ਸਾਂਝੇ ਕੀਤੇ ਹੀ, ਲਿਖ ਤੇ ਮੈਂ ਚਲੋ ਨਹੀਂ ਪੜ੍ਹੀ। ਇੱਕ ਚੇਤ ਦੀ ਲਿਖਤ ਗ੍ਰੰਥ ਨੰਬਰ 18 ਪ੍ਰਕਾਸ਼ ਆ, ਇਹਨੂੰ ਸੁਣਨਾ ਹੈ, ਔਰ ਤੁਸੀਂ ਵੀ ਹੁਣ ਲਿਖਤ ਪੜ੍ਹਨੀ ਹੈ। ਸੋ ਸਾਰੇ ਭੈਣ ਭਰਾ ਜਿਹੜੇ ਹੋ, ਸੱਚੇ ਪਾਤਸ਼ਾਹ ਆਪਣੇ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ, ਔਰ ਪ੍ਰੇਮ ਪਿਆਰ ਸਾਰਿਆਂ ਦੇ ਵਿੱਚ ਜਿਹੜਾ ਉਹ ਬਖਸ਼ਣ, ਤੇ ਸਭ ਦੇ ਅੰਦਰੋਂ ਜਿਹੜੀ ਖੋਟੀ ਵਾਸ਼ਨਾ, ਖੋਟੀ ਜਿਹੜੀ ਆ ਉਹਨੂੰ ਦੂਰ ਕਰਨ, ਤੇ ਸੱਚ ਸੁੱਚ ਸਾਰਿਆਂ ਦੇ ਅੰਦਰ ਜਿਹੜਾ ਉਹ ਪ੍ਰਵੇਸ਼ ਕਰਨ, ਸੱਚ ਸੁੱਚ। ਔਰ ਇਹ ਜੋ ਬਾਣਾ ਹੈ ਬਾਹਰੋਂ ਤੇ ਅਸੀਂ ਪਹਿਨ ਲਿਆ ਹੈ, ਬਾਹਰੋਂ ਅਸੀਂ ਬਿਲਕੁਲ ਚਿੱਟੇ ਹੀ ਦੀਦੇ ਹਾਂ, ਕੋਈ ਫਰਕ ਨਹੀਂ ਨਜ਼ਰ ਆਉਂਦਾ। ਤੇ ਇਸ ਬਾਣੇ ਦੇ ਨਾਲ ਸੱਚੇ ਪਾਤਸ਼ਾਹ ਨੇ ਇਹ ਵੀ ਸਾਨੂੰ ਕਿਹਾ ਹੈ ਕਿ ਜਿਸ ਤਰ੍ਹਾਂ ਮੇਰਾ ਭਗਤ ਸਤਿਜੁਗੀ ਬਾਣਾ ਪਾ ਕੇ ਚਿੱਟਾ ਮਜੀਠੀ ਰੰਗ ਹੈ, ਇਹਨੂੰ ਮਜੀਠੀ ਰੰਗ ਕਿਹਾ ਹੈ,
और मजीठी रंग पहन के बाहरों फबदा है, इस तरह ही अंदरों भी साफ होना चाहिए। तो अंदर अंतश करन मैनू नहीं दिसना, तुहाडा ध्यान मेरा नहीं दिसना। बाहरों का अपन दीदे आ कपड़े मेरे ध्यान दिसी जाते, मैनू तुहाडे सारिਆਂ ਦੇ दीदे आ। तो जिहड़ा साडा अंतश करने आ, जिहड़ा साडा अंदर आ अंतश करने आ, वो आपां एक दूजे का वेखण जोगे नहीं। सो अंतश करन की जे गल करिए, अंदर की गल करिए, निज घर की गल करिए, आत्म की गल करिए, स्वै की अंदरूनी खेड की गल करिए, तो सच्चे पातशाह कह रहे जिस तरह तू बाहरों चिट्टे वस्त्र पहन के ते साफ बाणा पा के फबदा, अंदरों भी तेरा जिहड़ा आ इस तरह ही तेरा रूप होना चाहिए। अंदर ते बाहर जिहड़ी आ तेरी इहो ही रूप भगत जन तेरा होना चाहिए है। तो अगर आप दया में मंगांगे, तरस मंगांगे, तो फिर सच्चे पातशाह दया करेंगे। सो हनुमान शेर सिंह विष्णु भगवान की जय। 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 कर जी थोड़ी मानी कर सोहंग महाराज शेर सिंह विष्णु मान की जय। सोहंग महाराज शेर सिंह विष्णु भगवान 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 की जय। हर संगियो बाबा मेरे संगी ने अज हर संगत में बड़े अनमोले वचन किते आ दस्या कि परमेश्वर की मर्यादा बारे दस्या है, जकारे बारे दस्या है, जकारा किसदा है, क्योंकि हर संगत दे विच ये भुलेखे पाए गए आ। सोहंग महाराज शेर सिंह विष्णु भगवान की जय जो जकारा लाउंदिया ये हो रहा, तो महाराज शेर सिंह हो रहा, वो देह वाले पिंड नहीं। हर बाणी दे विच, हर बाणी दे विच आपां नूं दस्सिया होया है कि महाराज शेर सिंह विष्णु भगवान धनपुर वासी, धनपुर जो नाम दस्या गया है घनैणु धनपुरी ब्याह गया है, वही जकारा ये दो नहीं है, एक का ही जकारा है। महाराज शेर सिंह विष्णु भगवान धनपुर वासी ही पार ब्रह्म है, वही नेक लंका अवतार 24 साल है। ये भरम भुलेखे पाए जा रहे हैं, बाबा जी उन्होंने बहुत विस्तार नाल आपां नूं दस्सिया है। इस ते आपां नूं चलना चाहिए है, इस नूं मनना चाहिए है। जो मर्यादा लगी है सचखंड की, ये मर्यादा जी आदगा 4 युग इहो ही चलनी है। बाकी महाराज शेर सिंह विष्णु भगवान धनपुर वासी ने वादा किया है कि तुहानूं मैं सचखंड लैके जाऊँगा। उन्हें हर बाणी दे विच कहा कि जो मैं वादा कर लेंदा हाँ, मैं वो वादा निभाउंदा हाँ, उस तो मैं मुनकर नहीं हुंदा। ठीक है, एक बार तुम सचखंड दे विच लै जाऊगा, पर अगे सचखंड दे विच अगे उन्हें कित्थे रखना है, सचखंड च रखना है कि उन्हें उत्थों ही वापस मोड़ देना है। ये जो आपां काम करना है, जो आपां जिस तरह मनना है, ये वो उसने देखना है कि अपने धर्म की करके गए हैं, की जप के गए हैं। सोहंग का जाप दस्या है सानू हर संगियो।
18ਵਾਂ ਗ੍ਰੰਥ ਜਿਹੜਾ ਇਹਦੇ ਵਿੱਚ ਅੱਜ ਲਿਖਤ ਪੜ੍ਹੀ ਜਾਊਗੀ। ਇਹਨੇ ਮੈਂ ਬਚਨ ਕਰਦਾ ਹੋਇਆ ਸੱਚੇ ਪਾਤਸ਼ਾਹ ਜੀ ਤੋਂ ਕਹਿਣਾ ਚਾਹੁੰਦਾ ਹਾਂ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸ਼ਹਿਨਸ਼ਾਹੀ ਸਾਮਤ ਇੱਕ ਪਹਿਲੀ ਚੇਤ ਜੇਠਵਾਲ ਹਰ ਭਗਤ ਦਵਾਰ। ਪਹਿਲੀ ਚੇਤ ਕਹੇ ਸ਼ਹਿਨਸ਼ਾਹੀ ਸਮਤ। ਸਮਾ ਸਮਾ ਦਿੱਤਾ ਬਦਲਾਈਆ। ਸੱਚਖੰਡ ਦਵਾਰੇ ਪੁਰ ਅਵਤਾਰ ਪੀਰ ਪੈਗੰਬਰ ਹੋ ਗਏ ਮੰਗਤ। ਫਿਰ ਘਰ ਬੈਠੇ ਸੀਸ ਨਵਾਈਆ। ਕਾਰ ਡੰਡਾਵਤ ਧੁਰ ਚਰਨ ਮਿੰਨਤ। ਸਜਦਾ ਸੀਸ ਝੁਕਾਈਆ। ਪੁਰਖ ਅਕਾਲ ਦੀਨ ਦਿਆਲ ਤੇਰੇ ਅੱਗੇ ਰਹੀ ਕੋਈ ਨਾ ਹਿੰਮਤ। ਹੌਸਲਾ ਅਬਨਾ ਕੋਈ ਜੜਾਈਆ। ਨਾਮ ਨੌ ਚਾਰ ਜੁਗ ਚੌਕੜੀ ਤੇਰੇ ਪ੍ਰੇਮ ਪਿਆਰ ਦਾ ਖਾਤਾ ਨਿਮਕ। ਨਿਰਗੁਣ ਸਰਗੁਣ ਨਿਰਗੁਣ ਤੇਰੀ ਕਾਰ ਕਮਾਈਆ। ਝਗੜਾ ਮੁਕਾ ਕੇ ਸਵਰਗ ਜਨਤ। ਲੋਕ ਪਰਲੋਕ ਦੋ ਜਹਾਨ ਪੁਰੀ ਲੋ। ਆਕਾਸ ਬੰਦ ਮਕਾਈਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ। ਸਾਚਾ ਮਾਰਗ ਦੇ ਬਖਾਈਆ। ਸਮਤ ਕਹੇ ਮੇਰਾ ਮਾਲਕ ਸ਼ਹਿਨਸ਼ਾਹ। ਸੋ ਪੁਰਖ ਨਰੰਜਨ ਇੱਕ ਖਵਾਏਂਦਾ। ਜੋ ਆਦ ਜੁਗਾਦ ਜੁਗ ਚੌਕੜੀ ਲਹਿਣੇ ਸਰਬ ਮਕਾ। ਪ੍ਰਿਥਵੀ ਆਕਾਸ ਭੋਜ ਖਜਾਏਂਦਾ। ਗੁਰ ਅਵਤਾਰ ਪੀਰ ਪੈਗੰਬਰ ਚਰਨ ਕਬਲ ਬਹਾ। ਤੁਰ ਫਰਮਾਨਾ ਇੱਕ ਸਮਝਾਏਂਦਾ। ਇੱਕੋ ਪੁਰਖ ਅਕਾਲ ਲੈਣਾ ਮਨਾ। ਪਰਵਰਦਿਗਾਰ ਇੱਕੋ ਨਜ਼ਰੀ ਆਏਂਦਾ। ਨਿਰਗੁਣ ਨੂਰ ਜੋਤ ਕਰ ਰਸਨਾ। ਲੱਖ 84 ਘਟ ਘਟ ਵਾਸੀ ਆਪਣਾ ਭੇਵ ਤੁਲਾਏਂਦਾ। ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਾਰ। ਕਰੇ ਖੇਲ ਸਾਚਾ ਹਾਰ ਸੱਚ ਕਰਮੀ ਕਾਰ ਕਮਾਏਂਦਾ। ਸ਼ਹਿਨਸ਼ਾਹ ਸਮਤ ਕਹੇ ਮੈਂ ਗਿਆ ਆ। ਸਭ ਜਗ ਦੇਵਾ ਮਾਨ ਵਡਿਆਈਆ। ਦੋ ਜਹਾਨ
ਨਾ ਕੋਈ ਉਠਾਈਆ। ਗੁਰ ਅਵਤਾਰ ਪੀਰ ਪੈਗੰਬਰ ਦਰ ਠਾਂਡੇ ਬੈਠੇ ਤੁਰਦਾ ਢੋਲਾ ਰਹੇਗਾ। ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਈ ਨਾ ਆਈਆ। ਸੋ ਮਾਲਕ ਖਾਲਕ ਬੇਪਰਵਾਹ ਪਤ ਪਰਮੇਸ਼ਵਰ ਆਪਣੇ ਹੱਥ ਰੱਖੇ ਵਡਿਆਈਆ। ਪੂਰਬ ਲਹਿਣੇ ਸਰਬ ਮੁਕੰਮਲ ਆਪਣਾ ਹੁਕਮ ਮਨਾਈਆ। ਨੂਰੀ ਜਲਵਾ ਇੱਕ ਖੁਦਾ ਵਾਹਿਦ ਲਾ ਸ਼ਰੀਕ ਸ਼ਹਿਨਸ਼ਾਹ ਆਪਣਾ ਭੇਵ ਦੇ ਖੁਲਾਈਆ। ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰ ਨਜ਼ਰ ਇੱਕ ਉਠਾਈਆ। ਸਮਤ ਕਹੇ ਮੈਂ ਗਿਆ ਚੜ ਚੜਦੀ ਕਲਾ ਇੱਕ ਵਿਖਾਈਆ। ਪੁਰਖ ਅਕਾਲ ਦਾ ਪੱਲੂ ਲਿਆ ਫੜ ਦੂਜੀ ਓਟ ਨਾ ਕੋਈ ਤਕਾਈਆ। ਦੋ ਜਹਾਨ ਰਹੇ ਡਰ ਸਿਰ ਸਕੇ ਨਾ ਕੋਈ ਉਠਾਈਆ। ਧਰਨੀ ਧਰਤ ਧਵਲ ਕਰੇ ਥਰ ਥਰ ਧੌਲਾ ਅੰਦਰ ਬਾਹਰ ਦੇ ਦੁਹਾਈਆ। ਕੌਣ ਜਾਣੇ ਕਰਤਾ ਪੁਰਖ ਕੀ ਕਿਰਿਆ ਕਰ ਕਰਨੀ ਦਾ ਮਾਲਕ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਤੁਰਦਾ ਖੇਲ ਰਿਹਾ ਜਨਾਈਆ। ਸ਼ਹਿਨਸ਼ਾਹੀ ਸਮਤ ਕਹੇ ਸੁਣੋ ਜਨ ਭਗਤ ਤੁਰ ਸੰਦੇਸਾ ਧਿਆਨ ਸਮਝਾਈਆ। ਪੁਰਖ ਅਕਾਲ ਦਾ ਸੁਹਣਾ ਵਕਤ ਨਾਮ ਨੌ ਚਾਰ ਪਿਛੋਂ ਕਰੇ ਰਚਨਾਈਆ। ਭੇਵ ਜਕਾ ਕੇ ਅਰਸ਼ ਫਰਸ਼ ਦੋ ਜਹਾਨਾ ਕੋਜਕ ਜਾਈਆ। ਸੰਤ ਸਹੇਲੇ ਕਰ ਕਰ ਤਰਸ ਗੁਰ ਚੇਲੇ ਲੈ ਮਲਾਈਆ। ਗੁਰਮੁਖਾਂ ਪੂਰੀ ਕਰਨ ਹਾਰਾ ਗਰਜ ਅੱਜ ਆਰਜੂ ਆਪਣੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਅਗਲਾ ਲੇਖਾ ਰਿਹਾ ਦਰੜਾਈਆ। ਸਮਤ ਕਹੇ ਮੈਂ ਤੇ ਮਨ ਆਇਆ ਸੰਦੇਸਾ ਰੁੱਤੜੀ ਰੁੱਤ ਨਾਲ ਬਦਲਾਈਆ। ਪੁਰਖ ਅਕਾਲ ਦੀਨ ਦਿਆਲ ਜੋਤ ਸਰੂਪੀ ਧਰਿਆ ਪਿਸਾ। ਵੇਸ ਅਵਲੜਾ ਇੱਕ ਵਟਾਈਆ। ਸ਼ਬਦੀ ਸੁਤ ਜੋਦਾ ਸੂਰ ਵੀਰ ਗੁਰ ਦਸਮੇਸਾ। ਗੋਬਿੰਦ ਖੜਗ ਖੰਡਾ ਇੱਕ ਚਮਕਾਈਆ। ਨਾਰ ਨਿਰੰਕਾਰ ਹਰ ਕਰਤਾਰ ਸੱਚ ਖੰਡ ਨਿਵਾਸੀ ਇੱਕ ਨਰੇਸਾ। ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੁਗ ਚੌਕੜੀ ਨਿਤ ਨਵੇਤ ਵੇਖਣ ਹਾਰਾ ਲੇਖਾ। ਆਦ ਜੁਗਾਦ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚੀ ਵਡਿਆਈਆ। ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚੀ ਵਡਿਆਈਆ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਹੰਗ
ਸੋ